ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਅੰਮ੍ਰਿਤਮਈ ਬਾਣੀ ਦੇ ਦੁਆਰਾ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਾਡੇ ਭਲੇ ਵਾਸਤੇ ਜੋ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਜਪ ਜੀ ਸਾਹਿਬ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੀ ਹੋਈ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਪਵਿੱਤਰ ਬਾਣੀ ਦੇ ਵਿੱਚੋਂ ਦੀ ਆਪ ਜੀਆਂ ਨੇ 13ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ, ਜਿਸ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਮੰਨਣ ਦੀ ਗੱਲ ਕਰਦੇ ਨੇ। ਇਹ 4 ਪੌੜੀਆਂ ਜਿਹੜੀਆਂ ਨੇ ਮੰਨਣ ਵਾਲੀਆਂ, ਜਿਹਦੇ ਵਿੱਚ ਪਹਿਲੀ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਮੰਨੇ ਭਾਵ ਨੰਨੇ ਨੂੰ ਇੱਕ ਲਾਮ ਲਾਈ। ਉਹਦਾ ਮਤਲਬ ਜਿਹਨੇ ਮੰਨਿਆ ਉਹਦਾ ਜੀਵਨ ਕੈਸਾ ਹੋ ਗਿਆ, ਜਿਹਨੇ ਮੰਨਿਆ ਉਹਦੇ ਜੀਵਨ ਦੇ ਵਿੱਚ ਕਿਹੜੀਆਂ ਬਖਸ਼ਿਸ਼ਾਂ ਆ ਗਈਆਂ। ਅਗਲੀਆਂ ਜਿਹੜੀਆਂ 3 ਪੌੜੀਆਂ ਨੇ ਉਹਦੇ ਵਿੱਚ ਸਤਿਗੁਰੂ ਜੀ ਨੇ ਨੰਨੇ ਨੂੰ 2 ਲਾਵਾਂ ਲਾਈਆਂ ਨੇ। ਇੱਕ ਲਾਮ ਤੇ 2 ਲਾਵਾਂ ਦੇ ਵਿੱਚ ਅਰਥ ਬਦਲ ਜਾਂਦਾ ਹੈ। ਅਗਲੀਆਂ ਜਿਹੜੀਆਂ ਪੌੜੀਆਂ ਨੇ ਉਹਦੇ ਵਿੱਚ ਸਤਿਗੁਰੂ ਜੀ ਨੇ ਆਖਿਆ ਵੀ ਜਿਹੜਾ ਮੰਨਣ ਕਰੇਗਾ, ਜਿਹੜਾ ਮੰਨੇਗਾ, ਇੱਕ ਤੇ ਉਹ ਹੈ ਜਿਹਨੇ ਮੰਨ ਲਿਆ, ਮੰਨਣ ਵਾਲਾ ਤੇ ਕਾਮਯਾਬ ਹੋ ਗਿਆ, ਮੰਨਣ ਵਾਲਾ ਸਫਲ ਹੋ ਗਿਆ, ਉਹ ਆਪਣੀ ਮੰਜ਼ਿਲ ਆਪਣੇ ਮੁਕਾਮ ਤੇ ਪਹੁੰਚ ਗਿਆ। ਹੁਣ ਅੱਗੋਂ ਜਿਹੜਾ ਮੰਨੇਗਾ ਉਹਦੇ ਜੀਵਨ ਦੇ ਵਿੱਚ ਇਹ ਬਖਸ਼ਿਸ਼ਾਂ, ਇਹ ਬਰਕਤਾਂ ਆਉਣਗੀਆਂ। ਇਸ ਲਈ ਸਤਿਗੁਰੂ ਜੀ ਨੇ ਅਗਲੀਆਂ ਪੌੜੀਆਂ ਵਿੱਚ ਨੰਨੇ ਨੂੰ 2 ਲਾਵਾਂ ਲਾ ਕੇ ਮੰਨੈ। ਅਸੀਂ ਵੀ ਜਦੋਂ ਇਹ ਅੰਮ੍ਰਿਤਮਈ ਬਾਣੀ ਦਾ ਪਾਠ ਕਰਨਾ ਤੇ ਮੰਨੇ ਵਾਲੀਆਂ ਪਹਿਲੀ ਜਿਹੜੀ ਪੌੜੀ ਹੈ ਉਹਦੇ ਵਿੱਚ ਮੰਨੇ ਏ ਦੀ ਆਵਾਜ਼ ਵਿੱਚ ਮੰਨੇ ਕੀ ਗਤ ਕਹੀ ਨਾ ਜਾਏ। ਔਰ ਜਦੋਂ ਅਸੀਂ ਅਗਲੀਆਂ ਪੌੜੀਆਂ ਦਾ ਪਾਠ ਕਰਨਾ ਹੈ ਤੇ ਉਹਦੇ ਵਿੱਚ ਮੰਨੇ ਉਚਾਰਨ ਨਹੀਂ ਕਰਨਾ, ਉਹਦੇ ਵਿੱਚ ਮੰਨੈ ਇਹ ਔਰ ਐ ਦੇ ਵਿੱਚ ਬੜਾ ਫਰਕ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਜਿਹੜਾ ਗੁਰੂ ਦਾ ਉਪਦੇਸ਼ ਸੁਣ ਕੇ ਮੰਨੇਗਾ, ਕਿਉਂਕਿ ਸੁਣ ਤੇ ਲਿਆ, ਹੁਣ ਗੱਲ ਅੱਗੇ ਮੰਨਣ ਤੇ ਹੈ ਵੀ ਉਹਨੂੰ ਅਸੀਂ ਮੰਨਦੇ ਹਾਂ ਜਾਂ ਕਿ ਨਹੀਂ ਮੰਨਦੇ। ਰੋਜ਼ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਪ੍ਰਕਾਸ਼ ਹੁੰਦਿਆਂ ਹੀ ਹੁਕਮ ਸੁਣਾਇਆ ਜਾਂਦਾ ਹੈ। ਉਹ ਹੁਕਮ ਫਿਰ ਲਿਖ ਕੇ ਹੁਕਮਨਾਮੇ ਦੇ ਰੂਪ ਵਿੱਚ ਸਾਨੂੰ ਬਖਸ਼ਿਆ ਜਾਂਦਾ ਹੈ। ਅਸੀਂ ਹੁਣ ਉਹ ਸੁਣ ਵੀ ਲਿਆ, ਪੜ੍ਹ ਵੀ ਲਿਆ, ਪਰ
देखना भी अगों असी उन्होंने मन्निया है कि नहीं मन्निया। गुरु ग्रंथ साहब महाराज जी नूं ते असी मन रहे हैं, पर गुरु ग्रंथ साहब जी दी किन्नी को मन रहे हैं। जो गुरबाणी दे विच सानू कहा जा रहा है असी वो किन्ना को मन रहे हैं। गुरु साहब नूं ते असी मन रहे हैं भी हाँ आग्या भई अकाल की तवे चलायो पंथ सब सिखन को, हुक्म है गुरु मान्यो ग्रंथ ये सब सिखन को हुक्म है। जिन्ने भी सिखण वाले आउण वाले ने वो भावें किसी भी धर्म वर्ग दे ने, जिन्हें भी सिखना है उन्होंने गुरु ग्रंथ साहब जी नूं शब्द गुरु नूं गुरु मनना पेगा। असी हुण मन ते लिया, पर गुरु साहब जी का अगों जिहड़ा उपदेश उन्हां दीयां जिहड़ियां सिक्ख्यावां ने वो असी किन्नियां को मन रहे हैं। गल ते अगों उन्हां दीयां सिक्ख्यावां उन्हां दा उपदेश मन्नण ते है। एक बोर्ड उत्ते शहर का नाम लिखिया और एरो बना दिता भी आ रस्ता जांदा है, वो असी हुण समझ ते लिया, पर असी उहनूं मन के चलण दी कोशिश नहीं कीती ते फिर असी मंजिल ते पहुंच ही नहीं सकते, क्योंकि असी उहनूं पढ़िया देख लिया पर उहनूं असी मन्निया नहीं, असी मन के तुरे नहीं। मन्नण दा अर्थ है तुरना। जदों आपां तुरांगे ही नहीं, चलांगे ही नहीं, तो फिर मंजिल ते किवें पहुंचांगे। जे असी आपो अपने घरां तो तुरे हां तां ही गुरु द्वारे पहुंचे हां, जे आपां घरों तुरदे ही ना तो फिर आपां गुरु द्वारे किस तरह पहुंच जांदे। मन्नना दा अर्थ है तुरना। ये जिहड़ियां पावन पौड़ियां दा पाठ आपां नित करदे हां, सुणिया वालियां पौड़ियां तुसीं सुणियां ने, उहदा मतलब है भी सुनो पहलां भी आपां जाना कित्थे है। ध्यान ला के सुनो कि असीं पहुंचना कित्थे है। असीं उस विगास तक पहुंचना है जिहड़ा विगास भगतां दे कोल है ना। नानक भगतां सदा विगास, वो जिहड़ा भगतां कोल विगास है असीं उत्थे तक पहुंचना है। हुण सुन लिया, अगों साहब कहंदे फिर मन्नना जिहड़ा है वो अगों है तुरना। जे तू उस विगास तक पहुंचना चाहुंदा है तो फिर तैनूं सुन के मन्नना भी पएगा, तैनूं सुन के नाल तुरना भी पएगा। ते जदों तू तुरेगा एक दिन विगास वाली मंजिल ते पहुंचेगा, फिर तू परवान हो जाएगा। इसलिए गुरु सतगुरु महाराज जी ने आख्या भी जिन्हें मन लिया गुरु का उपदेश, गुरु की सिक्ख्या उत्ते जिन्हें अमल किया है, जिन्हें अमल किया उन्होंने सुरत आ गई। सुरत का अर्थ होंदा होश आ गई। सुरत का अर्थ होंदा उन्होंने जाग आ गई, क्योंकि मन सुता पिया सी। हुण सुते हुए मन नूं आम तौर पर आपां शरीर करके भी सुते होईए ते सुते बंदे कोल तुसीं 2 घंटे 3 घंटे 4 घंटे बोल के चले जाओ, ते जदों वो उठेगा तो वो कहेगा भी मैनूं जिहड़ा वो बंदा कहेगा भी मैं तेरे कोल 2 घंटे बोल के गया ते तू मेरी गल ध्यान ला के सुनी। वो कहेगा भी मैं ते सुता पिया सी, मैनूं ते तेरी एक भी गल नहीं सुनाई दिती। इसलिए मन तां सुता पिया। जदों मन जिहड़ा ये जागेगा, इहदे विच जागरता आएगी, इहदे विच सुरत होश आएगी। इस मन नूं मन मदहोश होया पिया है, काम क्रोध लोभ मोह अहंकार दे विच, इहदे विच मदहोश, इहनूं सुरत ही नहीं है। मन नूं सुरत नहीं है। शरीर भावें सुरत विच आ गया, होश विच आ गया, पर मन नहीं आया। मन ते मदहोश होया पिया। अमृत बाणी विच आपां वचन पढ़दे हां, जित पीतै मत दूर होए वरल पवै विच आए, अपना पराया ना पछाणे खसमो
ਧੱਕੇ ਖਾਏ। ਆਪਣਾ ਪਰਾਇਆ ਦਾ ਮਤਲਬ ਇਹਨੂੰ ਹੋਸ਼ ਹੀ ਨਹੀਂ ਹੈ, ਇਹਨੂੰ ਪਤਾ ਹੀ ਨਹੀਂ ਆਪਣਾ ਕੌਣ ਹੈ ਤੇ ਪਰਾਇਆ ਕੌਣ ਹੈ। ਇਹ ਵਿਕਾਰਾਂ ਦੇ ਨਸ਼ੇ ਦੇ ਵਿੱਚ ਧੁੱਤ ਹੋਇਆ ਪਿਆ ਹੈ ਮਨ। ਇਹਨੂੰ ਹੋਸ਼ ਵਿੱਚ ਲਿਆਉਣਾ ਪੈਣਾ ਹੈ। ਇਹਨੂੰ ਹੋਸ਼ ਕਦੋਂ ਆਏਗੀ? ਜਦੋਂ ਅਸੀਂ ਇਹਨੂੰ ਗੁਰੂ ਦਾ ਉਪਦੇਸ਼ ਸੁਣਾਵਾਂਗੇ। ਜਦੋਂ ਇਹ ਗੁਰੂ ਦਾ ਉਪਦੇਸ਼ ਮਨ ਸੁਣੇਗਾ ਤੇ ਫਿਰ ਇਹਨੂੰ ਹੋਸ਼ ਆਏਗੀ, ਤੇ ਹੋਸ਼ ਆਏਗੀ ਫਿਰ ਇਹ ਮੰਨਣ ਜੋਗਾ ਹੋ ਜਾਏਗਾ। ਕੋਈ ਵੀ ਬੰਦਾ ਨਸ਼ੇ ਵਿੱਚ ਧੁੱਤ ਹੋਇਆ ਹੋਵੇ, ਅਸੀਂ ਕਹਿੰਦੇ ਹਾਂ ਵੀ ਇਹਨੂੰ ਮਾਰਨ, ਇਹਨੂੰ ਕੁੱਟਣ ਦਾ ਕੋਈ ਫਾਇਦਾ ਨਹੀਂ, ਇਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ। ਕਿਉਂ? ਪਹਿਲਾਂ ਇਹਨੂੰ ਹੋਸ਼ ਵਿੱਚ ਲਿਆਓ, ਪਹਿਲਾਂ ਇਹਨੂੰ ਹੋਸ਼ ਵਿੱਚ ਲਿਆਓ। ਜਦੋਂ ਹੋਸ਼ ਵਿੱਚ ਆਏਗਾ, ਆਪਣੀ ਸੁਰਤ ਸੰਭਾਲੇਗਾ, ਫਿਰ ਇਹਨੂੰ ਸਮਝਾਉਣ ਦਾ ਫਾਇਦਾ ਹੈ। ਇਸ ਲਈ ਪਹਿਲਾਂ ਸੁਣਾਓ, ਮਨ ਨੂੰ ਬਾਰ-ਬਾਰ ਸੁਣਾਓ। ਜਦੋਂ ਸੁਣ ਕੇ ਮਨ ਥੋੜੀ ਜਿਹੀ ਹੋਸ਼ ਸੰਭਾਲੇਗਾ, ਜਦੋਂ ਮਨ ਨੂੰ ਥੋੜੀ ਜਾਗਰਤਾ ਆਏਗੀ, ਫਿਰ ਇਹ ਮੰਨਣ ਜੋਗਾ ਹੋ ਜਾਏਗਾ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਮੰਨੈ। ਫਿਰ ਬੇਨਤੀ ਕਰਾਂ, ਪਹਿਲੀ ਜਿਹੜੀ ਪੌੜੀ ਸੀ 12ਵੀਂ, ਉਹਦੇ ਵਿੱਚ ਅਸੀਂ ਮੰਨੇ ਏ ਦੀ ਆਵਾਜ਼ ਵਿੱਚ, ਪਰ ਜਿਹੜੀਆਂ ਅੱਗੇ ਪੌੜੀਆਂ ਨੇ ਉਹਦੇ ਵਿੱਚ ਮੰਨੈ ਐ ਦੀ ਆਵਾਜ਼ ਵਿੱਚ ਆਪਾਂ ਪਾਠ ਕਰਨਾ ਹੈ। ਸਾਹਿਬ ਜੀ ਕਹਿੰਦੇ ਮੰਨੈ ਸੁਰਤ ਹੋਵੈ ਮਨ ਬੁੱਧ। ਹੁਣ ਮਨ ਦੇ ਨੰਨੇ ਨੂੰ ਵੀ ਸਿਹਾਰੀ ਤੇ ਬੁੱਧ ਦੇ ਧੱਦੇ ਨੂੰ ਵੀ ਸਿਹਾਰੀ। ਅਕਲ ਦੇ ਵਿੱਚ, ਮਨ ਦੇ ਵਿੱਚ ਸੁਰਤ ਆ ਜਾਂਦੀ ਹੈ, ਹੋਸ਼ ਆ ਜਾਂਦੀ ਹੈ। ਕਿਉਂਕਿ ਸਾਡੀ ਜਿਹੜੀ ਹੈ ਉਹ ਕਹਿ ਲਓ ਕਿ ਅਕਲ ਵੀ, ਜਿਵੇਂ ਪਿਛਲੇ ਸਮੇਂ ਵਿਚਾਰਿਆ ਸੀ ਕਿ ਅਕਲ ਦਾ ਅੰਧਾ। ਕਈ ਵਾਰੀ ਅਸੀਂ ਕਿਸੇ ਬੰਦੇ ਨੂੰ ਦੇ ਬਾਰੇ ਸੁਣਦੇ ਹਾਂ ਨਾ, ਕੋਈ ਐਸੀ ਖਬਰ, ਅਸੀਂ ਕਹਿੰਦੇ ਹਾਂ ਵੀ ਉਹ ਤੇ ਅਕਲ ਦਾ ਅੰਧਾ ਹੈ, ਉਹਨੂੰ ਤਾਂ ਕੋਈ ਹੋਸ਼ ਹੀ ਨਹੀਂ ਹੈ। ਇਸੇ ਤਰ੍ਹਾਂ ਸਾਹਿਬ ਕਹਿੰਦੇ ਜਦੋਂ ਤੂੰ ਗੁਰੂ ਦੀ ਸਿੱਖਿਆ ਨੂੰ ਸੁਣ ਕੇ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨਣ ਕਰੇਗਾ, ਮੰਨ ਲਏਗਾ, ਤੇਰੇ ਮਨ ਔਰ ਬੁੱਧ ਵਿੱਚ ਹੋਸ਼ ਆ ਜਾਏਗੀ, ਤੇਰੇ ਮਨ ਔਰ ਬੁੱਧ ਨੂੰ ਸੁਰਤ ਆ ਜਾਏਗੀ, ਉਹ ਹੋਸ਼ ਵਿੱਚ ਆ ਜਾਏਗਾ। ਤੇ ਜਦੋਂ ਉਹ ਹੋਸ਼ ਵਿੱਚ, ਜਾਗਰਤਾ ਵਿੱਚ ਆਏਗਾ, ਫਿਰ ਤੇਰਾ ਮਨ ਕਦੇ ਵੀ ਕਰਮ ਕਾਂਡ ਵਾਲੇ ਪਾਸੇ ਨਹੀਂ ਜਾਏਗਾ। ਜਦੋਂ ਬੰਦੇ ਨੂੰ ਹੋਸ਼ ਆ ਗਈ ਵੀ ਮੈਂ ਹੁਣ ਤੱਕ ਕੀ ਕਰਦਾ ਰਿਹਾ, ਜਿਹੜੇ ਕਰਮ ਮੈਂ ਕਰਦਾ ਰਿਹਾ, ਬਸ ਇਹ ਤੇ ਇਦਾਂ ਸੀ ਜਿਵੇਂ ਸੁੱਤੇ ਪਿਆ ਹੀ ਕੰਮ ਕਰਦਾ ਰਿਹਾ, ਨੀਂਦ ਵਿੱਚ ਹੀ ਤੁਰਿਆ ਫਿਰਦਾ ਰਿਹਾ। ਕਈ ਵਾਰ ਹੁੰਦਾ ਐਸਾ ਕਿ ਦਿਮਾਗ ਸੁੱਤਾ ਹੁੰਦਾ ਹੈ ਤੇ ਅੱਖਾਂ ਖੁੱਲੀਆਂ ਹੁੰਦੀਆਂ ਨੇ। ਦੇਖਣ ਵਿੱਚ ਬੰਦਾ ਜਾਗਦਾ ਹੁੰਦਾ ਹੈ, ਪਰ ਦਿਮਾਗ ਕਰਕੇ ਸੁੱਤਾ ਹੁੰਦਾ ਹੈ। ਦਿਮਾਗ ਕੰਮ ਨਹੀਂ ਕਰ ਰਿਹਾ ਹੁੰਦਾ। ਦਿਮਾਗ ਜਿਹੜਾ ਬਿਲਕੁਲ ਕਹਿ ਲਓ ਕਿ ਉਹਨੇ ਨੀਂਦ ਨੇ, ਆਲਸ ਨੇ ਘੇਰਿਆ ਹੁੰਦਾ ਹੈ। ਦਿਮਾਗ ਸੁੱਤਾ ਹੁੰਦਾ ਹੈ ਤੇ ਅੱਖਾਂ ਖੁੱਲੀਆਂ ਹੁੰਦੀਆਂ। ਦੇਖਣ ਵਾਲੇ ਨੂੰ ਲੱਗਦਾ ਵੀ ਇਹ ਜਾਗ ਰਿਹਾ, ਪਰ ਨਹੀਂ, ਉਹ ਤੇ ਸੁੱਤਾ ਪਿਆ ਹੈ। ਬਸ ਸਾਡੀ ਹਾਲਤ ਵੀ ਇਹੀ ਹੈ ਕਿ ਅਸੀਂ ਜਿਹੜੇ ਬਾਹਰੀ ਤੌਰ ਤੇ ਵੇਖਦੇ ਹਾਂ, ਅਸੀਂ ਕਹਿੰਦੇ ਹਾਂ ਇਹ ਬੜੇ ਜਾਗਦੇ ਨੇ, ਇਹਨਾਂ ਨੂੰ ਬੜੀ ਜਾਗਰਤਾ ਹੈ, ਭਾਵ ਗਿਆਨ ਹੈ, ਬੜਾ ਸੂਝਵਾਨ ਹੈ, ਪਰ ਇਹ ਪਤਾ ਹੀ ਨਹੀਂ ਅੰਦਰੋਂ ਮਨ ਕਰਕੇ ਸੁੱਤਾ ਪਿਆ ਹੈ। ਸੁੱਤਾ ਹੋਇਆ ਮਨ ਹੀ ਵਹਿਮ ਦਾ ਸ਼ਿਕਾਰ ਹੈ, ਭਰਮ ਦਾ ਸ਼ਿਕਾਰ ਹੈ। ਇਸ ਲਈ ਕਹਿ ਰਹੇ ਨੇ ਜਦੋਂ ਮਨ ਦੇ ਵਿੱਚ ਜਾਗਰਤਾ ਆਏਗੀ, ਮਨ ਹੋਸ਼ ਵਿੱਚ ਆਏਗਾ। ਕਦੋਂ ਆਏਗਾ? ਜਦੋਂ ਇਹ ਗੁਰੂ ਦੀ ਸਿੱਖਿਆ ਨੂੰ, ਸਤਿਗੁਰੂ ਦੇ ਉਪਦੇਸ਼ ਨੂੰ ਸੁਣ ਕੇ ਉਹਦੇ ਉੱਤੇ ਅਮਲ ਕਰੇਗਾ। ਅਸੀਂ ਸੰਸਾਰ ਦੇ ਵਿੱਚ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਜਿਹੜੇ ਕਰਮ ਕਾਂਡਾਂ ਤੋਂ ਸਾਨੂੰ ਵਰਜਿਆ ਗਿਆ ਕਿ ਤੁਸੀਂ ਆਹ ਕਰਮ ਨਹੀਂ ਕਰਨੇ, ਤੇ ਜੇ ਗੁਰਬਾਣੀ ਪੜ੍ਹ ਸੁਣ ਕੇ ਵੀ ਆਪਾਂ ਉਹੀ ਕਰਮ ਕਰ ਰਹੇ ਹਾਂ, ਇਹਦਾ ਮਤਲਬ ਸੁਣਿਆ ਸੀ ਪਰ ਮੰਨਿਆ ਨਹੀਂ। ਜੇ ਅਸੀਂ ਮੰਨਿਆ ਨਹੀਂ ਤੇ ਸਾਡੇ ਮਨ ਬੁੱਧ ਵਿੱਚ ਹਜੇ ਸੁਰਤ ਨਹੀਂ ਆਈ, ਸਾਡੇ ਮਨ ਔਰ ਬੁੱਧ ਵਿੱਚ ਹਜੇ ਹੋਸ਼ ਨਹੀਂ ਆਈ, ਹਜੇ ਜਾਗਰਤਾ ਨਹੀਂ ਆਈ। ਇਸ ਲਈ ਮਹਾਰਾਜ ਜੀ ਕਹਿੰਦੇ ਆ ਵੀ ਜਿਹਨੇ ਸੁਣਿਆ ਔਰ ਜਿਹਨੇ ਮੰਨ ਲਿਆ, ਅਮਲ ਕੀਤਾ। ਮੰਨਣ ਦਾ ਅਰਥ ਹੈ ਅਮਲ ਕਰਨਾ। ਜਿਹਨੇ ਅਮਲ ਕੀਤਾ ਹੈ ਉਹਦੇ ਮਨ ਔਰ ਬੁੱਧ ਵਿੱਚ ਸੁਰਤ ਆ ਜਾਂਦੀ ਹੈ।
ਦੇ ਮਹਾਰਾਜ ਪਾਤਸ਼ਾਹ ਜੀ ਦਾ ਇੱਕ ਸ਼ਬਦ ਆਉਂਦਾ ਹੈ ਜਿਹਦੇ ਵਿੱਚ ਸਾਹਿਬ ਕਹਿੰਦੇ ਜਿਹਨੂੰ ਹੋਸ਼ ਆ ਗਈ, ਸੁਰਤ ਆ ਗਈ, ਉਹ ਆਪਣੇ ਮੂੰਹੋਂ ਕਹੇਗਾ, ਜਿਨ ਕੀਤਾ ਮੂੜ ਤੇ ਬਖਤਾ, ਜਿਨ ਕੀਤਾ ਸੁਰਤ ਤੇ ਸੁਰਤਾ। ਕਹਿਣ ਲੱਗੇ ਜਿਸ ਨੇ ਮੇਰੇ ਉੱਤੇ ਇੰਨੀ ਕਿਰਪਾ ਕਰ ਦਿੱਤੀ, ਮੈਂ ਮੂਰਖ ਸੀ ਪਰ ਉਹਨੇ ਇੰਨੀ ਕਿਰਪਾ ਕਰ ਦਿੱਤੀ, ਮੈਨੂੰ ਮੂਰਖ ਨੂੰ ਬਖਤਾ ਬਣਾ ਦਿੱਤਾ। ਬਖਤਾ ਦਾ ਅਰਥ ਹੈ ਮੈਨੂੰ ਗਿਆਨਵਾਨ, ਸੂਝਵਾਨ ਬਣਾ ਦਿੱਤਾ। ਔਰ ਇਹ ਜਿਹੜੀ ਕਿਰਪਾ ਉਸ ਮਾਲਕ ਦੀ ਹੈ ਜਿਹਨੇ ਮੇਰੇ ਉੱਤੇ ਇੰਨੀ ਕਿਰਪਾ ਕੀਤੀ। ਮੈਂ ਤੇ ਸੁਰਤ ਵਿੱਚ, ਹੋਸ਼ ਵਿੱਚ ਨਹੀਂ ਸੀ। ਮੇਰੀ ਸਾਰੀ ਜ਼ਿੰਦਗੀ ਬਸ ਮਦਹੋਸ਼ ਵਿੱਚ ਹੀ ਲੰਘ ਗਈ। ਮਨ ਨੂੰ ਹੋਸ਼ ਹੀ ਨਹੀਂ ਆਈ, ਮਨ ਨੂੰ ਕਦੇ ਜਾਗਰਤਾ ਹੀ ਨਹੀਂ ਆਈ। ਬਸ ਉਹੀ ਕਰਮ ਕਾਂਡ ਸਾਰੀ ਉਮਰ, ਵਹਿਮ ਭਰਮ ਸਾਰੀ ਉਮਰ। ਪਰ ਅੱਜ ਉਸ ਮਾਲਕ ਨੇ ਕਿਰਪਾ ਕੀਤੀ, ਮੈਨੂੰ ਸੁਰਤ ਦੇ ਦਿੱਤੀ, ਮੈਨੂੰ ਹੋਸ਼ ਦੇ ਦਿੱਤੀ। ਮੈਂ ਹੁਣ ਹੋਸ਼ ਦੇ ਵਿੱਚ ਆ ਗਿਆ। ਜਹ ਪ੍ਰਸਾਦ ਨਵੈ ਨਿਧ ਪਾਈ। ਸਭ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਮੈਂ ਨਵ ਨਿਧੀ ਪਾ ਲਈ, 9 ਨਿਧੀਆਂ ਪਾ ਲਈਆਂ। ਭਾਵ ਮੈਨੂੰ ਕਾਮਯਾਬੀਆਂ ਮਿਲ ਗਈਆਂ, ਮੈਨੂੰ ਸਫਲਤਾਵਾਂ ਮਿਲ ਗਈਆਂ, ਮੈਂ ਸਫਲ ਹੋ ਗਿਆ। ਹੁਣ ਇਹੋ ਪ੍ਰਭੂ ਮੇਰੇ ਮਨ ਤੋਂ ਕਦੇ ਵਿਸਰਦਾ ਹੀ ਨਹੀਂ ਹੈ, ਜਿਹਨੇ ਮੈਨੂੰ ਮੂਰਖ ਨੂੰ ਬਖਤਾ ਬਣਾ ਦਿੱਤਾ, ਜਿਹਨੇ ਮੈਨੂੰ ਸੁਰਤ ਵਿੱਚ, ਮੈਨੂੰ ਹੋਸ਼ ਵਿੱਚ ਲਿਆਂਦਾ, ਔਰ ਜਿਹਦੀ ਕਿਰਪਾ ਦੇ ਨਾਲ ਮੈਂ ਸਾਰੀਆਂ ਕਾਮਯਾਬੀਆਂ, ਸਫਲਤਾਵਾਂ ਪ੍ਰਾਪਤ ਕਰ ਲਈਆਂ। ਕਹਿੰਦੇ ਹੁਣ ਉਹ ਪ੍ਰਭੂ ਮੇਰੇ ਮਨ ਤੋਂ ਵਿਸਰਦਾ ਹੀ ਨਹੀਂ ਹੈ। ਤੇ ਉਹ ਜਿਹੜਾ ਉਹ ਕਦੇ ਜਿਹਦੇ ਮਨ ਦੇ ਵਿੱਚ ਜਾਗਰਤਾ ਆ ਗਈ ਨਾ, ਜਿਹਦਾ ਮਨ ਹੋਸ਼ ਵਿੱਚ ਆ ਗਿਆ, ਉਹ ਫਿਰ ਕਦੇ ਬੁੱਢਾ ਵੀ ਨਹੀਂ ਹੁੰਦਾ। ਸਭ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਜਿਨ੍ਹਾਂ ਦੇ ਅੰਦਰ ਸੁਰਤ ਹੋਸ਼ ਆਈ ਤੇ ਜਿਨ੍ਹਾਂ ਨੂੰ ਸੁਰਤੀ ਵਿੱਚ ਗਿਆਨ ਆ ਗਿਆ। ਕਿਉਂਕਿ ਜੇ ਮਨ ਸੁਰਤ ਵਿੱਚ ਨਹੀਂ, ਹੋਸ਼ ਵਿੱਚ ਨਹੀਂ, ਤੇ ਅੰਦਰ ਅਗਿਆਨਤਾ ਹੈ। ਜੇ ਮਨ ਸੁਰਤ ਵਿੱਚ ਹੈ, ਬੰਦੇ ਨੂੰ ਅਸੀਂ ਕਹਿੰਦੇ ਇਹਨੂੰ ਹੁਣ ਸੁਰਤ ਆਈ ਹੈ, ਇਹਨੂੰ ਹੁਣ ਜਾਗ ਆਈ ਹੈ, ਇਹਨੂੰ ਹੁਣ ਪਤਾ ਲੱਗਾ, ਇਹਨੂੰ ਹੁਣ ਸਮਝ ਆਈ ਹੈ। ਆਮ ਤੌਰ ਤੇ ਆਪਾਂ ਇਹ ਸ਼ਬਦਾਵਲੀ ਵਰਤਦੇ ਹਾਂ। ਜਾਂ ਕੋਈ ਨਸ਼ੇ ਵਿੱਚ ਧੁੱਤ ਹੋਵੇ, ਅਸੀਂ ਕਹਿੰਦੇ ਇਹਨੂੰ ਸੁਰਤ ਵਿੱਚ ਲਿਆਓ। ਜਾਂ ਅਸੀਂ ਕਹਿੰਦੇ ਹਾਂ ਵੀ ਤੇਰੀਆਂ ਅੱਖਾਂ ਵਿੱਚ ਨੀਂਦ ਚੜ੍ਹੀ ਹੈ, ਛਿੱਟੇ ਮਾਰ, ਤੈਨੂੰ ਸੁਰਤ ਆਵੇ। ਇਸ ਤਰ੍ਹਾਂ ਕਹਿੰਦੇ ਜਿਨ੍ਹਾਂ ਨੂੰ ਅੰਦਰ ਗਿਆਨ ਕਰਕੇ ਸੁਰਤ ਆ ਗਈ ਹੈ ਨਾ, ਉਹ ਕਦੇ ਵੀ ਗੁਰਮੁਖ, ਕਦੇ ਬੁੱਢੇ ਨਹੀਂ ਹੁੰਦੇ। ਉਹਨਾਂ ਦੇ ਮਨ ਦੇ ਵਿੱਚ ਕਦੇ ਵੀ ਉਹ ਬੁੱਢੇ ਦਾ ਅਰਥ ਹੈ ਉਹ ਵਿਕਾਰ ਨਹੀਂ ਲੱਗਦੇ। ਜਿਹੜੇ ਕਬੀਰ ਜੀ ਨੇ ਆਖਿਆ ਸੀ, ਕਬੀਰ ਬੇੜਾ ਜ਼ਰ ਜ਼ਰਾ ਫੂਟੈ 6000, ਹਰੂਏ ਹਰੂਏ ਤਿਰ ਗਏ ਡੂਬੇ, ਜਿਨ ਸਿਰ ਭਾਰ। ਜ਼ਰਜ਼ਰਾ ਦਾ ਅਰਥ ਕੀ ਹੁੰਦਾ? ਪੁਰਾਣਾ। ਤੇ ਬੁੱਢਾ ਦਾ ਅਰਥ ਕੀ ਹੁੰਦਾ? ਬੜੇਪਾ, ਜਿਹੜਾ ਪੁਰਾਣਾ ਹੋ ਗਿਆ। ਕਹਿੰਦੇ ਜਿਹਨੂੰ ਅੰਦਰ ਗਿਆਨ ਦੇ ਕਰਕੇ ਸੁਰਤ ਆ ਗਈ ਹੈ ਨਾ, ਉਹ ਕਦੇ ਵੀ ਅੰਦਰੋਂ ਬੁੱਢਾ ਨਹੀਂ ਹੁੰਦਾ। ਇਸ ਲਈ ਗੁਰੂ ਸਾਹਿਬ ਕਹਿੰਦੇ ਜਿਹਨੇ ਮੰਨਿਆ, ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਸੁਣ ਕੇ ਉਹਦੇ ਉੱਤੇ ਜਿਹਨੇ ਅਮਲ ਕੀਤਾ, ਮਨ ਔਰ ਬੁੱਧ ਕਰਕੇ ਉਹਨੂੰ ਸੁਰਤ ਆ ਜਾਂਦੀ ਹੈ। ਮੰਨੈ ਸਗਲ ਭਵਨ ਕੀ ਸੁਧ। ਹੁਣ ਸੁੱਤੇ ਬੰਦੇ ਨੂੰ ਕੀ ਪਤਾ? ਸੁੱਤੇ ਨੂੰ ਤੇ ਕੁਛ ਵੀ ਨਹੀਂ ਪਤਾ। ਉਹਨੂੰ ਨਾ ਆਪਣੇ ਆਪੇ ਦੀ ਸੋਝੀ ਹੈ, ਨਾ ਇਸ ਪਿੰਡੇ ਦੀ ਸੋਝੀ ਹੈ, ਨਾ ਬ੍ਰਹਿਮੰਡ ਦੀ ਸੋਝੀ ਹੈ। ਹਾਂ, ਜਿਹੜਾ ਜਾਗਦਾ ਹੈ ਉਹਨੂੰ ਪਤਾ ਹੈ। ਸਾਹਿਬ ਜੀ ਕਹਿੰਦੇ ਜਦੋਂ ਤੁਸੀਂ ਮਨ ਕਰਕੇ ਮੰਨਣ ਕਰੋਗੇ, ਤੁਹਾਡੇ ਮਨ ਬੁੱਧ ਵਿੱਚ ਸੁਰਤ ਆਏਗੀ, ਤਾਂ ਕੀ ਹੋਏਗਾ? ਮੰਨੈ ਸਗਲ ਭਵਨ ਕੀ ਸੁਧ। ਸਾਰੇ ਭਵਨ ਦੀ ਤੁਹਾਨੂੰ ਸੁਧ ਹੋ ਜਾਏਗੀ, ਖਬਰ ਹੋ ਜਾਏਗੀ। ਤੁਹਾਨੂੰ ਪੂਰੇ ਦੇ ਪੂਰੇ ਭਵਨ ਦੀ ਸੋਝੀ ਹੋ ਜਾਏਗੀ। ਭਵਨ ਕੀ ਹੈ? ਆ ਸਰੀਰ, ਇਹ ਬਾਡੀ। ਇਸ ਬਾਡੀ ਦੇ ਅੰਦਰ ਕੀ ਹੈ, ਇਹ ਸਾਰੀ ਸੁੱਧ, ਸਾਰੀ ਖਬਰ ਤੁਹਾਨੂੰ ਹੋ ਜਾਏਗੀ। ਤੁਹਾਨੂੰ ਅੰਦਰ ਦੇ ਸਾਰੇ ਗਿਆਨ ਇੰਦਰੇ, ਕਰਮ ਇੰਦਰੇ, ਅੰਦਰ ਜੋ ਮਤ ਹੈ, ਬੁੱਧ ਹੈ, ਅੰਦਰ ਜੋ ਜੀਵ ਰੂਪੀ ਉਹ ਆਤਮਾ ਹੈ, ਉਹ ਸਾਰਾ ਕੁਝ ਤੁਹਾਨੂੰ ਉਹਦੀ ਖਬਰ ਹੋ ਜਾਏਗੀ। ਕਿਉਂਕਿ ਇਹ ਤੇ ਆਖਿਆ ਸੀ ਬੰਦਿਆ,
ਤੂੰ ਸੁੱਤਾ ਪਿਆ ਬ੍ਰਹਿਮੰਡ ਵਿੱਚ ਹੀ ਘੁੰਮੀ ਜਾਂਦਾ, ਤੂੰ ਆਪਣੇ ਪਿੰਡੇ ਵਿੱਚ ਕਿਉਂ ਨਹੀਂ ਝਾਤੀ ਮਾਰਦਾ? ਸਾਰਾ ਕੁਝ ਤੇ ਤੇਰੇ ਅੰਦਰ ਪਿਆ। ਪਰ ਬੰਦੇ ਨੂੰ ਹੋਸ਼ ਨਹੀਂ ਸੀ ਨਾ, ਉਹ ਮਦ ਹੋਸ਼ ਹੋਇਆ, ਕਦੀ ਇੱਧਰ ਠੋਕਰ ਖਾਂਦਾ ਹੈ, ਕਦੀ ਇੱਧਰ ਠੇਡਾ ਖਾਂਦਾ ਹੈ, ਕਦੀ ਕਿਸੇ ਨਾਲ ਟਕਰਾਉਂਦਾ ਹੈ, ਕਦੀ ਕਿਸੇ ਨਾਲ ਟਕਰਾਉਂਦਾ ਹੈ, ਕਿਉਂਕਿ ਹੋਸ਼ ਵਿੱਚ ਨਹੀਂ। ਅਸੀਂ ਵੀ ਤੇ ਕਦੀ ਕਿਸੇ ਥਾਂ ਤੇ ਟੱਕਰਾਂ ਮਾਰਦੇ ਹਾਂ, ਕਦੀ ਜੰਗਲਾਂ ਵਿੱਚ ਤੇ ਕਦੇ ਪਹਾੜਾਂ ਦੇ ਵਿੱਚ। ਕਦੀ ਬੰਦਾ ਕਿਤੇ ਟੱਕਰਾਂ ਮਾਰਦਾ, ਕਦੀ ਕਿਤੇ ਮਾਰਦਾ। ਸਾਹਿਬ ਕਹਿੰਦੇ ਉਹ ਹੋਸ਼ ਕਰ, ਜੋ ਤੂੰ ਬਾਹਰੋਂ ਐਵੇਂ ਟੱਕਰਾਂ ਮਾਰੀ ਜਾਂਦਾ, ਅੰਦਰ ਦੀ ਆਪਣੀ ਸੋਝੀ ਅੰਦਰ ਦੀ ਲਿਆ। ਜੋ ਤੂੰ ਬ੍ਰਹਿਮੰਡ ਵਿੱਚੋਂ ਲੱਭਣਾ ਚਾਹੁੰਦਾ, ਉਹ ਸਭ ਕੁਝ ਤੇਰੇ ਇਸ ਪਿੰਡੇ ਵਿੱਚ ਹੈ। ਸਾਹਿਬ ਜੀ ਕਹਿੰਦੇ ਇਹੀ ਸਮਝਾਇਆ ਸੀ ਅੰਮ੍ਰਿਤ ਬਾਣੀ ਵਿੱਚ, ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ। ਖੋਜੇਗਾ ਕੌਣ? ਜਿਹੜਾ ਸੁਰਤ ਵਿੱਚ ਹੋਏਗਾ, ਜਿਹੜਾ ਹੋਸ਼ ਵਿੱਚ ਹੋਏਗਾ। ਜਿਹੜਾ ਹੋਸ਼ ਵਿੱਚ ਹੈ ਹੀ ਨਹੀਂ, ਉਹਨੇ ਕੀ ਖੋਜਣਾ? ਇਸ ਲਈ ਸਾਹਿਬ ਕਹਿੰਦੇ ਜਦੋਂ ਤੁਹਾਡੇ ਮਨ ਔਰ ਬੁੱਧ ਵਿੱਚ ਸੁਰਤ ਆ ਜਾਏਗੀ, ਤੁਹਾਨੂੰ ਹੋਸ਼ ਆ ਜਾਏਗੀ, ਉਦੋਂ ਫਿਰ ਤੁਹਾਨੂੰ ਸਾਰੇ ਭਵਨ ਦੀ ਸੋਝੀ ਹੋ ਜਾਏਗੀ। ਦੋ ਤਰ੍ਹਾਂ ਦਾ ਭਵਨ ਹੈ, ਇੱਕ ਆ ਸੰਸਾਰ ਔਰ ਇੱਕ ਆ ਸਾਡਾ ਸਰੀਰ। ਤੁਹਾਨੂੰ ਆਪਣੇ ਆਪੇ ਦੀ ਸੋਝੀ ਹੋ ਜਾਏਗੀ, ਤੁਹਾਨੂੰ ਆਪਣੇ ਆਪੇ ਦੀ ਪਛਾਣ ਹੋ ਜਾਏਗੀ, ਔਰ ਇਸ ਭਵਨ ਦੀ ਸੋਝੀ ਆ ਜਾਏਗੀ ਕਿ ਉਹ ਜਿਹੜਾ ਨਿਰੰਕਾਰ ਪਰਮੇਸ਼ਵਰ ਹੈ ਉਹ ਇਸ ਭਵਨ ਵਿੱਚ ਵੀ ਵਸਦਾ ਹੈ, ਔਰ ਆ ਜਿਹੜਾ ਭਵਨ ਹੈ ਇਹਦੇ ਵਿੱਚ ਵੀ ਉਹ ਵਸਦਾ ਹੈ। ਬਾਕੀ ਤਾਂ ਸਾਨੂੰ ਸਾਰੀ ਸੋਝੀ ਹੈ, ਪੂਰੇ ਸਰੀਰ ਦਾ ਸਾਨੂੰ ਗਿਆਨ ਹੈ, ਕਿਉਂਕਿ ਵਿਗਿਆਨ ਨੇ ਸਾਨੂੰ ਸਰੀਰ ਦਾ ਬਹੁਤ ਗਿਆਨ ਦੇ ਦਿੱਤਾ। ਵਿਗਿਆਨਕ ਤਲ ਉੱਤੇ ਅਸੀਂ ਆਪਣੀ ਬਾਡੀ ਦਾ ਬਹੁਤ ਗਿਆਨ ਹਾਸਲ ਕਰ ਚੁੱਕੇ ਹਾਂ। ਬਹੁਤ ਤਰ੍ਹਾਂ ਦੇ ਵਿਗਿਆਨਕ ਤਲ ਤੇ ਸਾਨੂੰ ਪਤਾ ਲੱਗ ਗਿਆ ਕਿ ਸਾਡੀ ਬਾਡੀ ਵਿੱਚ ਕੀ ਕੀ ਹੁੰਦਾ ਹੈ, ਸਾਡੇ ਸਰੀਰ ਵਿੱਚ ਕੀ ਹੈ, ਸਭ ਪਤਾ ਲੱਗ ਗਿਆ। ਪਰ ਅਸੀਂ ਉਸ ਆਤਮਿਕ ਮੰਡਲ ਤੱਕ ਨਹੀਂ ਪਹੁੰਚ ਸਕੇ, ਉਹਦਾ ਗਿਆਨ ਨਹੀਂ ਸਾਨੂੰ ਹੋਇਆ। ਉਹ ਕਦੋਂ ਹੋਏਗਾ? ਜਦੋਂ ਅਸੀਂ ਬ੍ਰਹਮ ਨਾਲ ਜੁੜਾਂਗੇ। ਬ੍ਰਹਮ ਨਾਲ ਜੁੜਿਆ ਕਦੋਂ ਹੋਇਆ? ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਸਿੱਖਿਆ ਤੇ ਉਹਨੂੰ ਮੰਨ ਕੇ ਤੁਰਨਾ ਕੀਤਾ। ਤੇ ਮਹਾਰਾਜ ਕਹਿੰਦੇ ਸਾਰੇ ਭਵਨ ਦੀ ਫਿਰ ਉਹਨੂੰ ਸਮਝ ਆ ਜਾਂਦੀ ਹੈ, ਸਾਰੇ ਭਵਨ ਦੀ ਉਹਨੂੰ ਸੋਝੀ ਹੋ ਜਾਂਦੀ ਹੈ। ਮੰਨੈ ਮੋਹਿ ਚੋਟਾਂ ਨਾ ਖਾਏ। ਹੁਣ ਜਿਹੜਾ ਹੋਸ਼ ਵਿੱਚ ਆ ਗਿਆ, ਇੱਕ ਇੱਕ ਸਟੈਪ ਅੱਗੇ ਵਧੋ, ਇੱਕ ਇੱਕ ਪੰਕਤੀ ਨਾਲ ਅੱਗੇ ਅੱਗੇ ਤੁਰੋ। ਸਤਿਗੁਰੂ ਮਹਾਰਾਜ ਕਹਿੰਦੇ ਨੇ ਪਹਿਲਾਂ ਤੇ ਜਿਹਨੇ ਮੰਨ ਲਿਆ ਉਹਦੀ ਤੇ ਅਵਸਥਾ ਹੀ ਨਹੀਂ ਨਾ ਬਿਆਨ ਹੋ ਸਕਦੀ। ਉਹ ਤੇ ਛੱਡੋ, ਉਹ ਤੇ ਬਿਆਨ ਹੀ ਨਹੀਂ ਹੋ ਸਕਦਾ ਜਿਹਨੇ ਮੰਨ ਲਿਆ। ਹੁਣ ਜਿਹੜਾ ਮੰਨੇਗਾ ਉਹਨੂੰ ਸੁਰਤ ਆਏਗੀ ਮਨ ਔਰ ਬੁੱਧ ਕਰਕੇ। ਜਦੋਂ ਉਹਨੂੰ ਹੋਸ਼ ਆਈ, ਸੁਰਤ ਆਈ, ਉਹਨੂੰ ਭਵਨ ਦੀ ਸੋਝੀ ਹੋ ਗਈ। ਜਦੋਂ ਉਹਨੂੰ ਭਵਨ ਦੀ ਸੋਝੀ ਹੋ ਗਈ, ਹੁਣ ਉਹ ਵਿਕਾਰਾਂ ਵਾਲੇ ਪਾਸੇ ਜਾਂਦਾ ਹੀ ਨਹੀਂ। ਉਹਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਗਿਆਨ ਹੋ ਗਿਆ। ਉਹਨੂੰ ਸਮਝ ਆ ਗਈ ਪਾਪ ਕੀ ਹੈ, ਔਰ ਇਹ ਸੰਸਾਰ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਝੂਠ, ਨਿੰਦਾ, ਚੁਗਲੀ ਕੀ ਹੈ। ਉਹ ਫਿਰ ਇਹਨਾਂ ਤੋਂ ਕਿਨਾਰਾ ਕਰ ਗਿਆ, ਉਹ ਇਹਨਾਂ ਤੋਂ ਫਿਰ ਪਾਸਾ ਵੱਟ ਗਿਆ ਵੀ ਨਹੀਂ, ਇਹ ਮੇਰੀ ਜ਼ਿੰਦਗੀ ਵਿੱਚ ਮੇਰਾ ਨੁਕਸਾਨ ਕਰਦੇ ਨੇ, ਇਸ ਲਈ ਮੈਂ ਹੁਣ ਇਹਨਾਂ ਵਾਲੇ ਪਾਸੇ ਨਹੀਂ ਜਾਣਾ, ਕਿਉਂਕਿ ਹੋਸ਼ ਵਿੱਚ ਆ ਗਿਆ ਨਾ। ਜਦੋਂ ਇਹਦੇ ਅੰਦਰ ਜਾਗਰਤਾ ਆਈ, ਹੁਣ ਨਹੀਂ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਾਲੇ ਪਾਸੇ ਜਾਂਦਾ। ਤੇ ਸਾਹਿਬ ਕਹਿੰਦੇ ਜਦੋਂ ਇਹਨੂੰ ਭਵਨ ਦੀ ਸੋਝੀ ਹੋ ਗਈ ਨਾ, ਹੁਣ ਇਹਦੇ ਮੂੰਹ ਉੱਤੇ ਫਿਰ ਹੁਣ ਚੋਟਾਂ ਵੀ ਨਹੀਂ ਪੈਂਦੀਆਂ, ਨਾ ਕਾਮ ਦੀ, ਨਾ ਕ੍ਰੋਧ ਦੀ, ਨਾ ਲੋਭ ਦੀ, ਨਾ ਮੋਹ ਦੀ, ਨਾ ਹੰਕਾਰ ਦੀ, ਨਾ ਝੂਠ ਦੀ, ਨਾ ਚੁਗਲੀ ਦੀ, ਨਾ ਨਿੰਦਾ, ਕਿਸੇ ਵੀ ਬੁਰਾਈ ਦੀ ਚੋਟ ਹੁਣ ਇਹਦੇ ਮੂੰਹ ਤੇ ਨਹੀਂ ਪੈਂਦੀ। ਕਿਉਂ? ਕਿਉਂਕਿ ਇਹਨੇ ਆਪਣੇ ਆਪ ਨੂੰ ਬਚਾ ਲਿਆ। ਜਦੋਂ ਇਹਨੂੰ ਸੋਝੀ ਆ ਗਈ, ਇਹਨੂੰ ਹੋਸ਼ ਆ ਗਈ। ਮੰਨੈ ਮੋਹ ਚੋਟਾਂ ਨਾ ਖਾਏ। ਮੋਹ ਹਾਏ ਨੂੰ ਸਿਹਾਰੀ ਹੈ ਮੂੰਹ ਉੱਤੇ। ਕਹਿੰਦੇ ਹੁਣ ਇਹਦੇ ਮੂੰਹ ਉੱਤੇ ਕੋਈ ਵੀ ਚੋਟਾਂ ਜਿਹੜੀਆਂ ਨੇ ਉਹ ਨਹੀਂ ਪੈਂਦੀਆਂ। ਕਿਹੜੀਆਂ ਚੋਟਾਂ ਨੇ? ਵਿਕਾਰਾਂ ਦੀਆਂ ਚੋਟਾਂ, ਬੁਰਾਈਆਂ ਦੀਆਂ ਚੋਟਾਂ। ਹੁਣ ਇਹਦੇ ਉੱਤੇ ਕੋਈ ਐਸੀ ਚੋਟ ਨਹੀਂ ਵੱਜਦੀ ਜਿਹਦੇ ਨਾਲ ਇਹਦਾ ਨੁਕਸਾਨ ਹੋਵੇ। ਕਾਮ ਨੇ ਬਹੁਤ ਨੁਕਸਾਨ ਕੀਤਾ, ਕ੍ਰੋਧ ਨੇ ਬੜਾ ਨੁਕਸਾਨ ਕੀਤਾ, ਲੋਭ ਨੇ
ਨੇ, ਮੋਹ ਨੇ, ਹੰਕਾਰ ਨੇ ਸਾਡਾ ਬਹੁਤ ਨੁਕਸਾਨ ਕੀਤਾ। ਤੇ ਗੁਰਬਾਣੀ ਵਿੱਚ ਇਹੀ ਤਾਂ ਸਿੱਖਿਆ ਸੀ ਦਿੱਤੀ ਸਾਨੂੰ ਕਿ ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਮਹਾਰਾਜ ਕਹਿੰਦੇ ਇਹ ਗੱਲ ਤੂੰ ਧਿਆਨ ਲਾ ਕੇ ਸਮਝ ਲੈ, ਇਹਨੂੰ ਮੰਨ ਲੈ। ਕਾਮ ਤੇ ਕ੍ਰੋਧ ਜਿਹੜਾ ਉਹ ਤੈਨੂੰ ਗਾਲ ਕੇ ਰੱਖ ਦੇਗਾ, ਤੇਰੀ ਜ਼ਿੰਦਗੀ ਨੂੰ ਅੰਦਰੋਂ ਤਬਾਹ ਕਰਕੇ ਰੱਖ ਦੇਗਾ। ਤੇਰੇ ਅੰਦਰ 5 ਚੋਰ ਬੈਠੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਰੂਪ ਵਿੱਚ ਤੈਨੂੰ ਰੋਜ਼ ਠੱਗ ਰਹੇ ਨੇ, ਲੁੱਟ ਰਹੇ ਨੇ। ਉਹ ਰੋਜ਼ ਜਿਹੜਾ ਉਹ ਤੈਨੂੰ ਇੱਕ ਐਸੀ ਕਹਿੰਦੇ ਦਵਾਈ ਦੇ ਦਿੰਦੇ ਆ ਜਿਹਦੇ ਨਾਲ ਤੂੰ ਹੋਸ਼ ਵਿੱਚ ਆਉਂਦਾ ਹੀ ਨਹੀਂ, ਤੇ ਤੈਨੂੰ ਉਹ ਮਦ ਹੋਸ਼ ਕਰਕੇ ਤੇਰਾ ਸਾਰਾ ਅੰਮ੍ਰਿਤ ਸੁੱਖ ਚੈਨ ਇਨਸਾਨੀਅਤ ਇਹ ਸਭ ਕੁਝ ਤੇਰੇ ਅੰਦਰੋਂ ਲੁੱਟ ਰਹੇ ਨੇ, ਪਰ ਤੈਨੂੰ ਪਤਾ ਹੀ ਨਹੀਂ ਕਿਉਂਕਿ ਤੂੰ ਹੋਸ਼ ਵਿੱਚ ਨਹੀਂ ਹੈ। ਇਹ ਸਭ ਕੁਝ ਤੇਰੇ ਅੰਦਰੋਂ ਲੁੱਟ ਰਹੇ ਨੇ। ਜਦੋਂ ਗੁਰੂ ਸਾਹਿਬ ਜੀ ਦੀ ਸਿੱਖਿਆ ਤੇ ਅਸੀਂ ਅਮਲ ਕੀਤਾ, ਫਿਰ ਅਸੀਂ ਆਖਿਆ ਵੀ ਨਹੀਂ, ਹੁਣ ਅੱਜ ਤੋਂ ਬਾਅਦ ਕੋਈ ਵਿਕਾਰ ਜਿਹੜਾ ਹੈ ਉਹ ਮੈਨੂੰ ਮਦਹੋਸ਼ ਨਹੀਂ ਕਰ ਸਕੇਗਾ, ਕਿਉਂਕਿ ਮੈਂ ਹੁਣ ਹੋਸ਼ ਵਿੱਚ ਆ ਗਿਆ। ਇੱਕ ਗੱਲ ਹੋਰ ਧਿਆਨ ਵਿੱਚ ਰੱਖਿਓ, ਜਿਹੜੇ ਕੋਮਾ ਵਿੱਚ ਚਲੇ ਜਾਂਦੇ ਨੇ ਨਾ, ਉਹ 1 ਸਾਲ 2 ਸਾਲ 20 ਸਾਲ 15 ਸਾਲ ਕੋਮਾ ਵਿੱਚ ਰਹਿਣ, ਤੇ ਜਦੋਂ ਉਹਨਾਂ ਨੂੰ ਕੋਮੇ ਵਿੱਚੋਂ ਬਾਹਰ ਆਉਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਅਸੀਂ 20 ਸਾਲ ਇੱਦਾਂ ਹੀ ਪਏ ਰਹਿ ਗਏ, 10 ਸਾਲ 15 ਸਾਲ ਅਸੀਂ ਇੱਦਾਂ ਹੀ ਬੈੱਡ ਤੇ ਹੀ ਪਏ ਰਹੇ, ਇੰਨਾ ਸਮਾਂ ਲੰਘ ਗਿਆ ਪਤਾ ਹੀ ਨਹੀਂ ਲੱਗਾ। ਇਸੇ ਤਰ੍ਹਾਂ ਜਿਹਨੂੰ ਹੋਸ਼ ਨਹੀਂ ਨਾ ਹੁੰਦੀ, ਉਹਦਾ ਬਚਪਨ ਜੋਬਨ ਬੁਢੇਪਾ ਸਾਰਾ ਲੰਘ ਜਾਂਦਾ ਹੈ, ਪਰ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੀ ਜ਼ਿੰਦਗੀ ਦਾ ਸਮਾਂ ਮੇਰੇ ਹੱਥੋਂ ਕਿੰਨਾ ਲੰਘ ਗਿਆ। ਪਰ ਜਦੋਂ ਕਿਤੇ ਗੁਰੂ ਦੀ ਸਿੱਖਿਆ ਲੈ ਕੇ ਹੋਸ਼ ਆਉਂਦੀ ਹੈ, ਫਿਰ ਧਾਹਾਂ ਮਾਰ ਕੇ ਰੋਂਦਾ ਹੈ। ਫਿਰ ਰੋਂਦਾ ਵੀ ਮੇਰੀ ਜ਼ਿੰਦਗੀ ਦਾ ਇੰਨਾ ਸਮਾਂ ਬੇਅਰਥ ਕਿਉਂ ਚਲਾ ਗਿਆ, ਮੈਂ ਕਿਉਂ ਨਹੀਂ ਹੋਸ਼ ਵਿੱਚ ਆਇਆ। ਇੱਕ ਦਿਨ ਜ਼ਿਕਰ ਕੀਤਾ ਸੀ ਸ਼ਾਇਦ ਜਿਸ ਦਿਨ ਸਮਾਪਤੀ ਹੋਈ ਸੀ ਉਸ ਦਿਨ, ਕਿ ਇਹ ਸੰਗਤ ਵਿੱਚ ਇਸੇ ਅਸਥਾਨ ਤੇ ਹੀ ਐਸੇ ਸੱਜਣ ਆਉਂਦੇ ਨੇ ਜਿਹੜੇ ਆਪਣੇ ਮੂੰਹੋਂ ਕਹਿੰਦੇ ਨੇ ਕਿ ਸਾਰੀ ਜਵਾਨੀ ਅਸੀਂ ਵਿਕਾਰਾਂ ਵਿੱਚ ਹੀ ਕੱਢ ਦਿੱਤੀ ਹੈ, ਹੁਣ ਹੋਸ਼ ਆਈ ਹੈ ਤੇ ਹੁਣ ਅਸੀਂ ਰੋਂਦੇ ਹਾਂ। ਹੁਣ ਸਾਨੂੰ ਰੋਣਾ ਆਉਂਦਾ ਹੈ ਕਿ ਅਸੀਂ ਇੰਨਾ ਸਮਾਂ ਆਪਣੀ ਜ਼ਿੰਦਗੀ ਦਾ ਵਿਕਾਰਾਂ ਦੇ ਵਿੱਚ ਹੀ ਕਿਉਂ ਗਵਾ ਦਿੱਤਾ। ਸਾਨੂੰ ਅੱਜ ਤੋਂ 10 ਸਾਲ ਪਹਿਲਾਂ ਹੋਸ਼ ਕਿਉਂ ਨਹੀਂ ਆਈ, ਸਾਨੂੰ ਅੱਜ ਤੋਂ 5 ਸਾਲ ਪਹਿਲਾਂ ਹੋਸ਼ ਕਿਉਂ ਨਹੀਂ ਆਈ। ਪਰ ਚਲੋ ਜਦੋਂ ਜਾਗੇ ਉਦੋਂ ਹੀ ਸਵੇਰਾ। ਜੇ ਹੁਣ ਹੋਸ਼ ਆ ਗਈ ਹੈ, ਜਿਹੜਾ ਸਮਾਂ ਆਪਣਾ ਗਵਾ ਦਿੱਤਾ ਉਹ ਤੇ ਨਹੀਂ ਆਉਣਾ, ਪਰ ਜਿਹੜਾ ਹੱਥ ਵਿੱਚ ਹੈ ਉਹਨੂੰ ਹੁਣ ਸੰਭਾਲ ਲਈਏ। ਜੇ ਅੱਜ ਆਪਾਂ ਆਪਣਾ ਸਮਾਂ ਹੋਸ਼ ਵਿੱਚ ਆ ਕੇ ਸੰਭਾਲ ਲਵਾਂਗੇ ਤਾਂ ਪਿਛਲੇ ਪਰਦੇ ਕੱਢੇ ਜਾਣਗੇ। ਫਿਰ ਸਾਡੇ ਜਿਹੜੇ ਆ ਉਹ ਪਰਦੇ ਪੱਤ ਰਹਿ ਜਾਏਗੀ, ਤੇ ਜੇ ਅਸੀਂ ਅੱਜ ਵੀ ਹੋਸ਼ ਵਿੱਚ ਨਾ ਆਏ ਤੇ ਫਿਰ ਸਾਡੀ ਪੱਤ ਨਹੀਂ ਰਹਿਣੀ, ਫਿਰ ਸਾਡੇ ਪਰਦੇ ਜਿਹੜੇ ਆ ਉਹ ਨਹੀਂ ਕੱਢੇ ਜਾਣੇ। ਫਿਰ ਇਹ ਵਿਕਾਰਾਂ ਦੀ ਚੋਟ ਸਾਡੇ ਮੂੰਹ ਤੇ ਪੈਂਦੀ ਰਹਿਣੀ ਹੈ, ਫਿਰ ਇਹ ਜਮਾਂ ਦੀ ਮਾਰ, ਇਹ ਵਿਕਾਰਾਂ ਦੀ ਚੋਟ ਅਸੀਂ ਸਹਿੰਦੇ ਰਵਾਂਗੇ। ਗੁਰੂ ਸਾਹਿਬ ਦੇ ਦਰ ਤੇ ਆਉਣਾ ਔਰ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਗ੍ਰਹਿਣ ਕਰਨ ਦਾ ਮਤਲਬ ਹੀ ਇਹ ਸੀ ਕਿ ਤੈਨੂੰ ਵਿਕਾਰਾਂ ਦੀ ਚੋਟ ਤੇਰੇ ਮੂੰਹ ਤੇ ਨਾ ਪਵੇ, ਇਹ ਵਿਕਾਰਾਂ ਦੀ ਚੋਟ ਤੈਨੂੰ ਨਾ ਸਹਿਣੀ ਪਵੇ, ਤੂੰ ਇਹਦੇ ਤੋਂ ਬਚਾਅ ਕਰ ਸਕੇ। ਇਸ ਲਈ ਗੁਰਬਾਣੀ ਨੂੰ ਸੁਣ ਕੇ ਅਸੀਂ ਉਹਦੇ ਤੇ ਅਮਲ ਕਰਨਾ ਹੈ। ਤਾਂ ਹੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਖਿਆ ਸੀ, ਸਾਹਿਬ ਜੀ ਕਹਿੰਦੇ ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਸ ਤੋਂ ਪਹਿਲਾਂ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਸਾਹਿਬ ਜੀ ਕਹਿੰਦੇ ਉਹ ਸੀ ਵੱਡੇ ਭਾਗਾਂ ਵਾਲਾ ਜਿਹਨੇ ਆ ਕੇ ਗੁਰੂ ਦੇ ਦਰ ਤੇ ਸੰਗਤ ਕਰ ਲਈ, ਤੇ ਜਿਹੜਾ ਭਾਗਹੀਣਾ ਸੀ ਇੰਨੇ ਵੀ ਉਹਦੇ ਭਾਗ ਨਹੀਂ ਸੀ ਚੰਗੇ ਹੋਏ ਕਿ ਉਹ ਗੁਰੂ ਦੇ ਇੰਨਾ ਵੀ ਹੋਸ਼ ਵਿੱਚ ਨਹੀਂ ਸੀ, ਇੰਨੀ ਵੀ ਹੋਸ਼, ਇੰਨੀ ਵੀ ਜਾਗਰਤਾ ਨਹੀਂ ਸੀ, ਇੰਨਾ ਵੀ ਆਪਣੇ ਆਪ ਨੂੰ ਨਹੀਂ ਸੀ ਸੰਭਾਲ ਸਕਿਆ ਕਿ ਉਹਨੂੰ ਗੁਰਦੁਆਰਾ ਵੀ ਨਹੀਂ ਦਿਸਿਆ, ਉਹਨੂੰ ਗੁਰੂ ਸਾਹਿਬ ਜੀ ਦੀ ਸੰਗਤ ਵੀ ਨਜ਼ਰ ਨਹੀਂ ਆਈ। ਉਹ ਕਿੰਨਾ ਭਾਗਹੀਣਾ ਹੈ ਕਿ ਜਿਹਨੂੰ ਇੰਨੀ ਵੀ ਹੋਸ਼ ਨਹੀਂ, ਇੰਨੀ ਵੀ ਹੋਸ਼ ਨਹੀਂ ਕਿ ਉਹਨੂੰ ਗੁਰਦੁਆਰਾ ਸਾਰੀ ਜ਼ਿੰਦਗੀ ਨਜ਼ਰ ਨਹੀਂ ਆਇਆ, ਸਾਰੀ ਜ਼ਿੰਦਗੀ ਉਹਨੂੰ ਸਤ ਸੰਗਤ ਨਜ਼ਰ ਨਹੀਂ ਆਈ। ਤੇ ਫਿਰ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਜਿਹੜੇ ਫਿਰ ਭਾਗਹੀਣੇ ਸਨ ਉਹ ਫਿਰ ਚੋਟਾਂ ਖਾਂਦੇ ਰਹੇ,
ਉਹ ਠੋਕਰਾਂ ਖਾਂਦੇ ਰਹੇ, ਉਹ ਵਿਕਾਰਾਂ ਦੀ ਮਾਰ ਸਹਿੰਦੇ ਰਹੇ, ਕਿਉਂਕਿ ਵਿਕਾਰਾਂ ਦੀ ਮਾਰ ਤੋਂ ਕੋਈ ਬਚਾ ਨਾ ਸਕਿਆ ਉਹਨਾਂ ਨੂੰ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਭਰਮ ਜਿਹੜੇ ਨੇ ਭਰਮ ਵਿੱਚ ਪੈ ਕੇ ਜਿਹੜੇ ਭਟਕ ਰਹੇ ਨੇ, ਤੇ ਭਟਕੇ ਹੋਏ ਕੀ ਕਰਦੇ ਨੇ? ਵਿਕਾਰਾਂ ਦੀਆਂ ਚੋਟਾਂ ਖਾਂਦੇ ਨੇ। ਵਿਕਾਰਾਂ ਦੀ ਠੋਕਰਾਂ ਉਹਨਾਂ ਨੂੰ ਮਿਲਦੀਆਂ ਨੇ ਖਾਣ ਵਾਸਤੇ। ਪਰ ਜਿਨ੍ਹਾਂ ਨੇ ਗੁਰੂ ਦੁਆਰੇ ਆ ਕੇ, ਜਿਨ੍ਹਾਂ ਨੂੰ ਥੋੜ੍ਹੀ ਬਹੁਤ ਹੋਸ਼ ਆਈ ਵੀ ਨਹੀਂ ਸਾਨੂੰ ਗੁਰੂ ਦੁਆਰੇ ਜਾਣਾ ਚਾਹੀਦਾ ਹੈ, ਜਾ ਕੇ ਸੰਗਤ ਕਰਨੀ ਚਾਹੀਦੀ ਹੈ, ਕਿਉਂਕਿ ਇੱਥੇ ਸਾਡਾ ਭਲਾ ਹੁੰਦਾ ਹੈ। ਇੱਥੇ ਆ ਕੇ ਬੰਦੇ ਨੂੰ ਹੋਸ਼ ਆਉਂਦੀ ਹੈ, ਵਿਕਾਰਾਂ ਤੋਂ ਛੁਟਕਾਰਾ ਮਿਲਦਾ ਹੈ। ਤੇ ਕਹਿੰਦੇ ਫਿਰ ਜਿਹਨੇ ਆ ਕੇ ਗੁਰੂ ਦੀ ਸਿੱਖਿਆ ਨੂੰ ਧਿਆਨ ਲਾ ਕੇ ਸੁਣਿਆ ਔਰ ਸਿੱਖ ਕੇ ਉਹਦੇ ਉੱਤੇ ਅਮਲ ਕੀਤਾ, ਤੇ ਜਿਹਨੇ ਅਮਲ ਕੀਤਾ ਫਿਰ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਉਹਦੇ ਮੂੰਹ ਤੇ ਕਦੇ ਵਿਕਾਰਾਂ ਦੀ ਚੋਟ ਨਹੀਂ ਪੈਂਦੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਚੋਟ ਕਦੇ ਨਹੀਂ ਉਹਨੂੰ ਖਾਣੀ ਪੈਂਦੀ। ਉਹ ਫਿਰ ਇਹਦੇ ਮਾਰ ਤੋਂ ਬਚ ਜਾਂਦਾ ਹੈ। ਮੰਨੈ ਮੋਹ ਚੋਟਾਂ ਨ ਖਾਏ, ਕਦੇ ਵੀ ਫਿਰ ਉਹ ਵਿਕਾਰਾਂ ਦੀ ਚੋਟ ਉਹਦੇ ਮੂੰਹ ਉੱਤੇ ਨਹੀਂ ਪੈਂਦੀ ਹੈ। ਮੰਨੈ ਜਮ ਕੈ ਸਾਥ ਨਾ ਜਾਏ, ਤੇ ਜਦੋਂ ਵਿਕਾਰਾਂ ਦੀ ਚੋਟ ਨਹੀਂ ਪਏਗੀ, ਜਦੋਂ ਅਸੀਂ ਵਿਕਾਰਾਂ ਤੋਂ ਬਚ ਗਏ, ਬੁਰਾਈਆਂ ਤੋਂ ਬਚ ਗਏ, ਹੁਣ ਵਿਕਾਰਾਂ ਦੀ ਚੋਟ ਨਹੀਂ ਪੈਂਦੀ, ਇਹਦਾ ਮਤਲਬ ਹੁਣ ਜਮ ਨਾਲ ਵੀ ਸਾਡਾ ਵਾਹ ਨਹੀਂ ਪੈਣਾ, ਹੁਣ ਦੁੱਖ ਨਾਲ ਵੀ ਸਾਡਾ ਕੋਈ ਵਾਹ ਨਹੀਂ ਪੈਣਾ। ਕਿਉਂਕਿ ਉਹ ਵਿਕਾਰਾਂ ਦੀ ਚੋਟ ਪੈਂਦੀ ਸੀ ਤੇ ਦੁੱਖ ਹੁੰਦਾ ਸੀ। ਵਿਕਾਰਾਂ ਦੀ ਚੋਟ ਪੈਂਦੀ ਸੀ ਤਾਂ ਦੁੱਖ ਹੁੰਦਾ ਸੀ। ਜਦੋਂ ਤੁਰਦੇ ਸੀ ਕੋਈ ਠੇਡਾ ਵੱਜਿਆ, ਕੋਈ ਚੋਟ ਲੱਗੀ ਤਾਂ ਹੀ ਦਰਦ ਪੀੜਾ ਹੋਈ। ਜੇ ਚੋਟ ਨਹੀਂ ਲੱਗੀ ਤੇ ਦਰਦ ਪੀੜਾ ਵੀ ਜਿਹੜੀ ਉਹ ਨਹੀਂ ਸੀ ਹੋਈ। ਇਸ ਲਈ ਜਦੋਂ ਚੋਟਾਂ ਪੈਂਦੀਆਂ ਰਹੀਆਂ ਉਦੋਂ ਦਰਦ ਵੀ ਸੀ, ਪੀੜਾ ਵੀ ਸੀ, ਦੁੱਖ ਵੀ ਬੜਾ ਭੋਗਦੇ ਸੀ। ਦੁੱਖਾਂ ਵਿੱਚ ਹੀ ਆਉਣਾ ਜਾਣਾ ਬਣਿਆ ਹੋਇਆ, ਉੱਠਦਿਆਂ ਵੀ ਦੁੱਖ, ਬਹਿੰਦਿਆਂ ਵੀ ਦੁੱਖ, ਸੌਂਦਿਆਂ ਵੀ ਦੁੱਖ। ਨਾ ਘਰ ਦੇ ਅੰਦਰ ਸੁੱਖ ਨਸੀਬ ਹੋਇਆ, ਨਾ ਘਰ ਦੇ ਬਾਹਰ ਸੁੱਖ ਨਸੀਬ ਹੋਇਆ, ਬਸ ਦੁੱਖਾਂ ਭਰੀ ਜ਼ਿੰਦਗੀ ਜਿਉਂਦੇ ਰਹੇ। ਪਰ ਸਾਹਿਬ ਕਹਿੰਦੇ ਜਿਹਨੇ ਵਿਕਾਰਾਂ ਦੀ ਚੋਟ ਤੋਂ ਆਪਣਾ ਬਚਾਅ ਕਰ ਲਿਆ ਉਹ ਫਿਰ ਦੁੱਖ ਵੀ ਨਹੀਂ ਸਹਿੰਦਾ। ਦੁੱਖ ਆਵੇਗਾ ਜ਼ਰੂਰ ਪਰ ਉਹਨੂੰ ਕੋਈ ਮਹਿਸੂਸ ਨਹੀਂ ਹੋਏਗਾ, ਕਿਉਂਕਿ ਉਹ ਉਸ ਅਵਸਥਾ ਵਿੱਚ ਚਲਾ ਗਿਆ ਜਿੱਥੇ ਉਹਨੂੰ ਦੁੱਖ ਮਹਿਸੂਸ ਹੀ ਨਹੀਂ ਹੋ ਰਿਹਾ। ਗੁਰਬਾਣੀ ਸਾਨੂੰ ਜਾਗਰਤਾ ਵਿੱਚ ਲਿਆ ਕੇ, ਸਾਨੂੰ ਸੁਰਤ ਕਰਕੇ ਉਸ ਅਵਸਥਾ ਤੇ ਲੈ ਜਾਂਦੀ ਹੈ ਜਿੱਥੇ ਦੁੱਖ ਸਾਨੂੰ ਜਿਹੜਾ ਛੂ ਵੀ ਨਹੀਂ ਸਕਦਾ ਔਰ ਨਾ ਹੀ ਦੁੱਖ ਸਾਨੂੰ ਸਤਾ ਸਕਦਾ ਹੈ। ਜਿੱਥੇ ਆ ਕੇ ਜਮ ਜਿਹੜੇ ਨੇ ਉਹ ਉਹਨਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਜਿਹਨੇ ਆਪਣੇ ਜੀਵਨ ਵਿੱਚ ਗੁਰਬਾਣੀ ਨੂੰ ਸੁਣ ਕੇ ਅਮਲ ਕੀਤਾ ਹੈ ਉਹਦੇ ਮੂੰਹ ਤੇ ਚੋਟਾਂ ਨਹੀਂ ਪਈਆਂ, ਤੇ ਜਿਹਦੇ ਨਹੀਂ ਪਈਆਂ ਮੰਨੈ ਜਮ ਕੈ ਸਾਥ ਨ ਜਾਏ। ਉਹ ਦੁੱਖਾਂ ਨਾਲ ਭਰਿਆ ਆਇਆ, ਦੁੱਖਾਂ ਨਾਲ ਭਰਿਆ ਜਾਂਦਾ ਨਹੀਂ ਹੈ। ਉਹ ਸਾਰੇ ਦੁੱਖਾਂ ਤੋਂ ਛੁਟਕਾਰਾ ਪਾ ਕੇ ਦੁਨੀਆ ਤੋਂ ਜਾਂਦਾ ਹੈ। ਉਹ ਜਨਮ ਗਵਾ ਕੇ ਨਹੀਂ ਜਾਂਦਾ, ਉਹ ਜਨਮ ਸਵਾਰ ਕੇ ਜਾਂਦਾ ਹੈ। ਤੇ ਜਿਹੜਾ ਜਨਮ ਸਵਾਰ ਕੇ ਜਾਂਦਾ ਉਹ ਦੁੱਖਾਂ ਤੋਂ ਛੁਟਕਾਰਾ ਪਾ ਕੇ ਜਾਂਦਾ ਹੈ। ਤੇ ਧਿਆਨ ਰੱਖਿਓ, ਦੁਨੀਆ ਦੇ ਵਿੱਚ ਕੋਈ ਐਸੀ ਥਾਂ ਨਹੀਂ ਜਿੱਥੇ ਤੁਸੀਂ ਆਪਣੇ ਦੁੱਖਾਂ ਤੋਂ ਛੁਟਕਾਰਾ ਪਾ ਸਕੋ। ਇੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਪਵਿੱਤਰ ਬਾਣੀ ਹੈ ਜਿਹਦੇ ਵਿੱਚੋਂ ਦੀ ਆਵਾਜ਼ ਆਉਂਦੀ ਹੈ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨ ਸਹਿ ਸੁਖ ਪਾਇਆ। ਪ੍ਰਭੂ ਦੀ ਸ਼ਰਨ ਦੇ ਵਿੱਚ ਆ ਜਾਓ। ਇੱਥੇ ਆ ਕੇ ਤੁਸੀਂ ਸ਼ਬਦ ਨਾਲ ਜੁੜ ਜਾਓ। ਜਦੋਂ ਤੁਸੀਂ ਜੁੜ ਜਾਓਗੇ ਤੁਹਾਡੇ ਅੰਦਰੋਂ ਭੈ ਵੀ ਲੱਥ ਜਾਏਗਾ, ਜਮ ਦਾ ਜਿਹੜਾ ਡਰ ਬਣਿਆ ਹੈ ਉਹ ਵੀ ਤੁਹਾਡੇ ਅੰਦਰੋਂ ਲੱਥ ਜਾਏਗਾ ਔਰ ਤੁਹਾਡੇ ਜੀਵਨ ਵਿੱਚੋਂ ਦੁੱਖ ਵੀ ਮੁੱਕ ਜਾਣਗੇ ਤੇ ਸੁੱਖ ਤੁਹਾਨੂੰ ਪ੍ਰਾਪਤ ਹੋ ਜਾਏਗਾ। ਨਹੀਂ ਤੇ ਆਪਣੇ ਦੁੱਖਾਂ ਦੀ ਪੰਡ ਲੈ ਕੇ ਤੁਰੇ ਰਹੋ। ਜਿਹਦੇ ਕੋਲ ਵੀ ਜਾਓਗੇ ਉਹ ਹੱਥ ਜੋੜ ਕੇ ਪਹਿਲਾਂ ਹੀ ਕਹਿ ਦੇਗਾ ਵੀ ਭਰਾਵਾ ਅੱਗੇ ਜਾ, ਕਿਉਂਕਿ ਮੈਂ ਤੇ ਪਹਿਲਾਂ ਹੀ ਤੇਰੇ ਨਾਲੋਂ ਵੱਧ ਦੁਖੀ ਹਾਂ। ਇਸ ਪਹਿ ਖੋਲੋਂ ਗੰਠੜੀ ਦੁਖੀ ਭਾਰੇ ਆਇਆ। ਮੈਂ ਕਿਹਦੇ ਕੋਲ ਆਪਣੀ ਗੰਠੜੀ ਭਾਵ ਖੋਲਾਂ, ਪੰਡ ਖੋਲਾਂ। ਜਿਹਦੇ ਕੋਲ ਵੀ ਪੰਡ ਖੋਲਣ ਲੱਗਦਾ ਉਹ ਦੁਖੀ ਭਾਰੇ ਆਇਆ, ਉਹ ਪਹਿਲਾਂ ਹੀ ਦੁੱਖਾਂ ਨਾਲ ਭਰਿਆ ਹੋਇਆ ਹੈ।
ਥਾਂ ਥਾਂ ਤੇ ਮੈਂ ਜਾ ਕੇ ਵੇਖ ਲਿਆ, ਹਰ ਥਾਂ ਤੇ ਵੇਖ ਲਿਆ। ਕੋਈ ਕਹਿੰਦਾ ਕਬਰ ਤੇ ਜਾਓ ਸੁੱਖ ਮਿਲਦਾ ਹੈ, ਪਰ ਉੱਥੇ ਵੀ ਜਾ ਕੇ ਨਹੀਂ ਮਿਲਿਆ। ਤਕਰੀਬਨ ਆਪਾਂ ਰੋਜ਼ਾਨਾ ਇਹ ਗੱਲਾਂ ਕਰਦੇ ਹੀ ਹਾਂ। ਇਹ ਸਿੱਖਿਆਵਾਂ ਨੇ ਗੁਰੂ ਸਾਹਿਬ ਦੀਆਂ। ਗੁਰੂ ਸਾਹਿਬ ਨੇ ਕਿਹਾ ਸੀ, ਜੇ ਦੁੱਖ ਤੋਂ ਬਚਣਾ ਚਾਹੁੰਦਾ ਹੈ, ਜੰਮ ਦੀ ਮਾਰ ਤੋਂ ਬਚਣਾ ਚਾਹੁੰਦਾ ਹੈ, ਜੇ ਜੰਮ ਨੂੰ ਆਪਣੇ ਨਾਲ ਨਹੀਂ ਲਿਜਾਣਾ ਚਾਹੁੰਦਾ, ਜੇ ਸੁੱਖ ਨਾਲ ਤੂੰ ਜੀਵਨ ਜਿਉ ਕੇ ਜਾਣਾ ਚਾਹੁੰਦਾ ਹੈ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਜੇ ਇਸ ਢੰਗ ਨਾਲ ਜਾਣਾ ਚਾਹੁੰਦਾ ਹੈ, ਫਿਰ ਦੁਬਦਾ ਨਾ ਪੜੋ, ਹਰ ਦਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਕਹਿੰਦੇ ਪਰ ਤੂੰ ਦੁਬਦਾ ਵਿੱਚ ਨਾ ਪੈ, ਫਿਰ ਜਿਹੜੀ ਸਿੱਖਿਆ ਦਿੱਤੀ ਹੈ ਤੂੰ ਉਸ ਮਾਰਗ ਤੇ ਸਿੱਧਾ ਤੁਰਿਆ ਰਹਿ, ਸਿੱਧਾ ਉਸ ਰਸਤੇ ਤੇ ਤੁਰ ਜਿਹੜਾ ਰਸਤਾ ਤੈਨੂੰ ਗੁਰਮਤ ਦਾ ਦਿੱਤਾ ਹੈ। ਜੇ ਤੂੰ ਮਨਮਤ ਦੇ ਰਸਤੇ ਤੁਰੇਗਾ, ਦੁਬਦਾ ਦੇ ਰਸਤੇ ਤੁਰੇਗਾ, ਫਿਰ ਤਾਂ ਚੋਟਾਂ ਵੀ ਪੈਣਗੀਆਂ, ਠੋਕਰਾਂ ਵੀ ਖਾਣੀਆਂ ਪੈਣਗੀਆਂ, ਔਰ ਦੁੱਖ ਵੀ ਹਰ ਤੇਰੇ ਜੀਵਨ ਵਿੱਚ ਜੁੜਿਆ ਰਹੇਗਾ। ਫਿਰ ਤੈਨੂੰ ਦੁੱਖਾਂ ਤੋਂ ਕਦੇ ਛੁਟਕਾਰਾ ਨਹੀਂ ਹੋ ਸਕਦਾ। ਇਸ ਲਈ ਸਾਹਿਬ ਜੀ ਕਹਿ ਰਹੇ ਨੇ, ਕਹਿੰਦੇ ਤੂੰ ਗੁਰੂ ਦੀ ਮੱਤ ਲੈ, ਕਿਉਂਕਿ ਇੱਥੇ ਆ ਕੇ ਦੁੱਖ ਤੋਂ ਛੁਟਕਾਰਾ ਮਿਲਦਾ ਹੈ। ਜੰਮ ਦਾ ਦੂਜਾ ਰੂਪ ਦੁੱਖ ਹੈ। ਕਹਿੰਦੇ ਦੁੱਖ ਵੀ ਤੇਰੇ ਕੋਲ ਆਉਣ ਤੋਂ ਘਬਰਾਵੇਗਾ, ਉਹ ਵੀ ਤੇਰੇ ਨੇੜੇ ਨਹੀਂ ਆਏਗਾ ਜਦੋਂ ਤੂੰ ਗੁਰੂ ਦੀ ਸ਼ਰਨ ਵਿੱਚ ਆ ਜਾਏਗਾ, ਜਦੋਂ ਤੂੰ ਪ੍ਰਭ ਦੀ ਸ਼ਰਨ ਵਿੱਚ ਆ ਜਾਏਗਾ। ਜਿੰਨਾ ਅਸੀਂ ਪ੍ਰਭੂ ਦੀ ਗੁਰੂ ਦੀ ਸ਼ਰਨ ਤੋਂ ਦੂਰ ਹੋਵਾਂਗੇ, ਉਨਾ ਹੀ ਦੁੱਖ ਸਾਡੇ ਨੇੜੇ, ਉਨਾ ਹੀ ਦੁੱਖ ਸਾਡੇ ਜੀਵਨ ਵਿੱਚ ਜ਼ਿਆਦਾ ਲੱਗਣਗੇ। ਔਰ ਜਿੰਨਾ ਅਸੀਂ ਨੇੜੇ ਹੋਵਾਂਗੇ ਪ੍ਰਭੂ ਦੀ ਸ਼ਰਨ, ਗੁਰੂ ਦੀ ਸ਼ਰਨ ਵਿੱਚ, ਉਨਾ ਹੀ ਅਸੀਂ ਜਮਾਂ ਤੋਂ ਦੂਰ ਹੋ ਜਾਵਾਂਗੇ। ਜਮ ਕੰਕਰ ਨੇੜ ਨ ਆਇਆ, ਸੁਖ ਨਾਨਕ ਸ਼ਰਨੀ ਪਾਇਆ। ਜਦੋਂ ਕਹਿੰਦੇ ਤੂੰ ਗੁਰੂ ਦੀ ਸ਼ਰਨ ਵਿੱਚ ਆ ਕੇ ਪਰਮੇਸ਼ਵਰ ਦੇ ਸੱਚੇ ਨਾਮ ਨਾਲ ਜੁੜਿਆ, ਗੁਰੂ ਦੀ ਸਿੱਖਿਆ ਲੈ ਕੇ, ਜੰਮ ਤਾਂ ਛੱਡ, ਜਿਹੜੇ ਜੰਮ ਦੇ ਕੰਕਰ ਨੇ, ਜਿਹੜੇ ਥੋੜੇ ਥੋੜੇ ਦੁੱਖ ਨੇ, ਉਹ ਵੀ ਤੇਰੇ ਨੇੜੇ ਨਹੀਂ ਆਉਣਗੇ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ, ਤੇਰੇ ਤੇਰੇ ਸੇਵਕ, ਭਉ ਕਿਛ ਨਾਹੀ ਜੰਮ ਨਹੀਂ ਆਵੈ ਨੇੜੇ। ਉਹਨਾਂ ਦੇ ਨੇੜੇ ਦੁੱਖ ਆਉਂਦਾ ਹੀ ਨਹੀਂ ਜਿਨ੍ਹਾਂ ਦੇ ਨੇੜੇ ਨਿਰੰਕਾਰ ਵਾਹਿਗੁਰੂ ਹੁੰਦਾ ਹੈ। ਉਹਨਾਂ ਨੂੰ ਫਿਰ ਉਹ ਨਿਰੰਕਾਰ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਆ। ਜਿਵੇਂ ਇੱਕ ਚੱਕੀ ਦਾਣੇ ਪੀਸਦੀ ਹੈ ਨਾ, ਉਹ ਦਾਣੇ ਜਿਹੜੇ ਚੱਕੀ ਦੀ ਕਿੱਲੀ ਨਾਲ ਜੁੜ ਜਾਂਦੇ ਨੇ, ਉਹ ਕਦੇ ਪੀਸੇ ਨਹੀਂ ਜਾਂਦੇ। ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਜੁੜ ਜਾਂਦੇ ਨੇ, ਉਹ ਕਦੇ ਜੰਮ ਦੀ ਮਾਰ ਨਹੀਂ ਸਹਿੰਦੇ, ਉਹਨਾਂ ਨੂੰ ਕਦੇ ਜੰਮ ਦੀ ਮਾਰ ਪੈਂਦੀ ਨਹੀਂ। ਇਹ ਸ਼ਬਦ ਫਿਰ ਇੱਥੇ ਢੁਕਦਾ ਹੈ, ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚਾਉ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਜਿਨ੍ਹਾਂ ਨੇ ਪੂਰੇ ਸਤਿਗੁਰੂ ਨੂੰ ਭੇਟਿਆ, ਜਿਹਨੇ ਪੂਰੇ ਸਤਿਗੁਰੂ ਨੂੰ ਮਿਲਣਾ ਕੀਤਾ ਹੈ। ਪੂਰੇ ਸਤਿਗੁਰੂ ਦੇ ਮਿਲਾਪ ਵਿੱਚ ਗੁਰੂ ਸਾਹਿਬ ਨੇ ਫਿਰ ਉਹਨਾਂ ਦੀ ਜ਼ਿੰਦਗੀ 'ਚ ਬਣਤ ਬਣਾਈ, ਉਹਨਾਂ ਨੂੰ ਸਿੱਖਿਆ ਦਿੱਤੀ, ਤੇ ਜਦੋਂ ਸਿੱਖਿਆ ਦਿੱਤੀ ਤੇ ਉਹਨਾਂ ਤੇ ਅਮਲ ਕੀਤਾ। ਜਿਹਨੇ ਜਿਹਨੇ ਅਮਲ ਕੀਤਾ ਉਹਨੂੰ ਫਿਰ ਤਾਤੀ ਵਾਓ ਨਾ ਲੱਗਈ, ਉਹ ਪ੍ਰਭੂ ਦੀ ਸ਼ਰਨ ਵਿੱਚ ਚਲੇ ਗਏ। ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਜਿਨ੍ਹਾਂ ਨੇ ਗੁਰੂ ਦਾ ਮਿਲਾਪ ਹਾਸਲ ਕਰ ਲਿਆ, ਉਹਨਾਂ ਨੇ ਗੁਰੂ ਦੀ ਸਿੱਖਿਆ ਉੱਤੇ ਅਮਲ ਕੀਤਾ। ਜਿਨ੍ਹਾਂ ਨੇ ਅਮਲ ਕੀਤਾ ਉਹ ਪ੍ਰਭੂ ਦੀ ਸ਼ਰਨ 'ਚ ਚਲੇ ਗਏ। ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਗਏ ਉਹਨਾਂ ਨੂੰ ਫਿਰ ਤੱਤੀ ਵਾਹ ਨਾ ਲੱਗੀ, ਉਹਨਾਂ ਨੂੰ ਫਿਰ ਦੁੱਖ ਜਿਹੜਾ ਸੀ ਉਹ ਲੱਗਾ ਹੀ ਕੋਈ ਨਾ, ਕਿਉਂਕਿ ਪ੍ਰਭੂ ਨੇ ਚੌਗਿਰਦੇ ਦੇ ਵਿੱਚ ਆਪਣੀ ਕਿਰਪਾ ਵਰਤਾ ਦਿੱਤੀ। ਉਹਦੇ ਚੌਗਿਰਦੇ ਚਾਰੇ ਪਾਸੇ ਫਿਰ ਉਹਦੇ ਕਹਿੰਦੇ ਨੇ ਆਪਣੀ ਬਖਸ਼ਿਸ਼ ਜਿਹੜੀ ਸੀ ਵਰਤਾ ਦਿੱਤੀ, ਜਿਹਦੇ ਨਾਲ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚਾਉ ਗਿਰਦ ਹਮਾਰੇ ਰਾਮਕਾਰ। ਦੁੱਖ ਲੱਗੇ ਨਾ ਭਾਈ, ਉੱਥੇ ਫਿਰ ਦੁੱਖ ਜਿਹੜਾ ਸੀ ਉਹ ਲੱਗਿਆ ਨਾ। ਸਾਹਿਬ ਕਹਿੰਦੇ ਇਸ ਲਈ ਗੁਰਬਾਣੀ ਜਿਹੜੀ ਪੜ੍ਹਦੇ ਹੋ, ਸੁਣਦੇ ਹੋ, ਉਹਦੇ ਤੇ ਅਮਲ ਵੀ ਕਰੋ। ਗੁਰੂ ਨਾਨਕ ਸਾਹਿਬ ਜੀ ਨੇ ਇਹੀ ਕਿਹਾ ਸੀ, ਕਹਿੰਦੇ ਵੱਡਾ ਛੋਟਾ ਕੋਈ ਨਹੀਂ ਹੁੰਦਾ, ਅਸਲ ਵਿੱਚ ਜਿਹੜਾ ਅਮਲ ਨਹੀਂ ਨਾ ਕਰੇਗਾ ਉਹ ਅੱਜ ਵੀ ਰੋਂਦਾ ਹੈ ਤੇ ਉਹ ਕੱਲ ਵੀ ਰੋਂਦਾ ਹੈ। ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ। ਇਹ ਸਾਡੇ ਤੇ ਵੀ ਇਹੀ ਹੈ ਵੀ ਅਸੀਂ ਜੇ ਗੁਰਬਾਣੀ ਸੁਣੀ ਤੇ ਸੁਣ ਕੇ ਅਮਲ ਨਾ ਕੀਤਾ, ਤੇ ਜਿਹਦੇ ਤੇ ਅਮਲ ਨਹੀਂ ਕਰਾਂਗੇ ਫਿਰ ਚੋਟਾਂ ਵੀ ਪੈਣਗੀਆਂ, ਦੁੱਖ ਵੀ ਸਹਿਣੇ ਪੈਣਗੇ। ਫਿਰ ਜਦੋਂ ਦੁਨੀਆ ਤੋਂ ਜਾਵਾਂਗੇ ਤੇ ਜੰਮ ਦੇ ਨਾਲ ਹੀ ਜਾਵਾਂਗੇ, ਭਾਵ ਦੁੱਖ ਦੇ ਨਾਲ ਹੀ ਜਾਵਾਂਗੇ।
ਦੁੱਖ ਕੀ ਹੈ ਹੁਣ ਇਹ ਸਮਝ ਲਈਏ। ਦੁੱਖ ਹੈ ਪਰਮੇਸ਼ਵਰ ਤੋਂ ਵਿਛੜਨ ਦਾ। ਅਸੀਂ ਇਸ ਜਨਮ ਵਿੱਚ ਆਏ ਸੀ ਪਰਮੇਸ਼ਵਰ ਦੇ ਮਿਲਾਪ ਲਈ। ਇਹਦਾ ਮਤਲਬ ਜੇ ਆਏ ਸੀ ਇੱਕ ਦੁੱਖ ਲੈ ਕੇ ਆਏ ਸੀ ਨਾ, ਇੱਕ ਦੁੱਖ ਲੈ ਕੇ ਆਏ ਆ ਉਹਦੇ ਤੋਂ ਵਿਛੜਨ ਦਾ। ਕਿਰਤ ਕਰਮ ਕੇ ਵਿਛੜੇ, ਅਸੀਂ ਕੀਤੇ ਹੋਏ ਕਰਮ ਅਨੁਸਾਰ ਵਿਛੜ ਕੇ, ਔਰ ਕਿੰਨੇ ਚਿਰ ਤੋਂ ਆ ਇਹ ਵੀ ਬੜੀ ਵਾਰ ਆਪਾਂ ਵਿਚਾਰਿਆ। ਬਹੁਤ ਜਨਮ ਵਿਛੜੇ ਥੇ ਮਾਧੋ, ਬਹੁਤ ਕਿੰਨੇ ਜਨਮਾਂ ਤੋਂ ਵਿਛੜੇ ਹੋਏ ਦੁੱਖ ਨਾਲ ਲੈ ਕੇ ਤੁਰਦੇ ਪਏ ਆ। ਉਹ ਦੁੱਖ ਸਾਡੇ ਨਾਲ ਹੀ ਹੈ ਵਿਛੋੜੇ ਦਾ। ਤੇ ਸਭ ਕਹਿੰਦੇ ਜੇ ਤੂੰ ਗੁਰੂ ਦੀ ਸਿੱਖਿਆ ਲੈ ਕੇ ਅਮਲ ਨਾ ਕੀਤਾ ਤੇ ਫਿਰ ਇਹ ਜੰਮ ਵਾਲਾ ਦੁੱਖ ਨਾਲ ਹੀ ਲੈ ਕੇ ਜਾਏਗਾ। ਇਹ ਵਿਛੋੜਾ ਤੇਰੇ ਨਾਲ ਹੀ ਜਾਏਗਾ। ਇਹ ਵਿਛੋੜਾ ਤੇਰਾ ਮੁੱਕਣਾ ਕੋਈ ਨਹੀਂ। ਫਿਰ ਜ਼ਿੰਦਗੀ ਮੁੱਕ ਜਾਏਗੀ, ਜ਼ਿੰਦਗੀ ਦਾ ਸਮਾਂ ਮੁੱਕ ਜਾਏਗਾ, ਪਰ ਤੇਰਾ ਆ ਦੁੱਖ ਨਹੀਂ ਮੁੱਕੇਗਾ। ਤੇਰਾ ਜੰਮ ਤੇ ਇਹਦੇ ਨਾਲ ਹੀ ਤੈਨੂੰ ਭਾਵ ਦੁੱਖ ਨਾਲ ਹੀ ਜਾਣਾ ਪੈਣਾ ਹੈ। ਤੂੰ ਗੁਰੂ ਦੀ ਸ਼ਰਨ, ਇਹਦੇ ਤੋਂ ਪਹਿਲਾਂ ਜ਼ਿੰਦਗੀ ਦਾ ਤੇ ਕੋਈ ਭਰੋਸਾ ਨਹੀਂ, ਜ਼ਿੰਦਗੀ ਦਾ ਤੇ ਕੋਈ ਵਿਸ਼ਵਾਸ ਨਹੀਂ, ਕਦੋਂ ਮੁੱਕ ਜਾਣਾ ਇਹਨੇ। ਇੱਕ ਗੁਰਮੁਖ ਪਿਆਰੇ ਦੱਸ ਰਹੇ ਸੀ, ਕਹਿਣ ਲੱਗੇ ਇੱਕ ਦਿਨ ਐਸੀ ਖੇਡ ਵਰਤੀ ਹੈ ਕਿ ਪਿਤਾ ਨੇ ਸਰੀਰ ਜਿਹੜਾ ਉਹ ਛੱਡਿਆ, ਉਹਦੇ ਤੋਂ 2 ਘੰਟੇ ਬਾਅਦ ਪੁੱਤਰ ਨੇ ਸਰੀਰ ਛੱਡ ਦਿੱਤਾ। ਜਿਸ ਸ਼ਮਸ਼ਾਨ ਭੂਮੀ ਵਿੱਚ ਪਿਤਾ ਦਾ ਸੰਸਕਾਰ ਕੀਤਾ, ਉੱਥੇ ਹੀ ਪੁੱਤਰ ਦਾ ਸੰਸਕਾਰ ਕੀਤਾ। ਭਾਵ ਪੁੱਤਰ ਨੂੰ ਨਹੀਂ ਸੀ ਪਤਾ ਪਿਤਾ ਨੇ ਤੁਰ ਜਾਣਾ, ਪਿਤਾ ਨੂੰ ਨਹੀਂ ਸੀ ਪਤਾ ਵੀ ਮੇਰੇ ਜਾਣ ਤੋਂ ਬਾਅਦ ਪੁੱਤਰ ਨੇ ਵੀ ਤੁਰ ਜਾਣਾ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ। ਇਸ ਵਾਸਤੇ ਇਹ ਜੰਮ ਤੋਂ ਇਹ ਨਾ ਕਹੀਏ ਵੀ ਕੋਈ ਨਹੀਂ ਕੱਲ ਵੇਖਾਂਗੇ ਪਰਸੋਂ ਵੇਖਾਂਗੇ, ਨਾ ਕੱਲ ਕਿਸੇ ਵੇਖੀ ਨਾ ਪਰਸੋਂ ਵੇਖੀ ਹੈ। ਅੱਜ ਯਤਨ ਕਰੋ ਵੀ ਜੰਮ ਤੋਂ ਪਿੱਛਾ ਕਿਵੇਂ ਛੁਡਾਉਣਾ ਹੈ। ਅੱਜ ਗੁਰੂ ਦੀ ਸ਼ਰਨ ਵਿੱਚ ਆਉਣ ਲਈ ਤਿਆਰ ਹੋਵੋ, ਕੱਲ ਪਰਸੋਂ ਕਿਨੇ ਵੇਖਿਆ। ਅੱਜ ਉਦਮ ਹਿੰਮਤ ਕਰਕੇ ਗੁਰੂ ਦੀ ਸ਼ਰਨ ਵਿੱਚ ਆਓ, ਆ ਕੇ ਅਰਦਾਸ ਕਰੋ ਕਿ ਸਤਿਗੁਰੂ ਸਾਨੂੰ ਇਹੋ ਜਿਹੀ ਸਿੱਖਿਆ ਦਿਓ ਜਿਹਦੇ ਤੇ ਅਮਲ ਕਰਕੇ ਅਸੀਂ ਇਸ ਜੰਮ ਤੋਂ ਛੁਟਕਾਰਾ ਪਾਈਏ। ਅਸੀਂ ਤੇ ਦੁੱਖ ਲੈ ਕੇ ਆਏ ਹਾਂ, ਪਰ ਦੁੱਖ ਲੈ ਕੇ ਨਾਲ ਨਹੀਂ ਜਾਣਾ। ਆਇਆ ਦੂਰੋਂ ਚੱਲ ਕੇ ਮੈਂ ਤੱਕੇ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਹੇ ਵਾਹਿਗੁਰੂ ਜੀ, ਮੈਂ ਬੜੀ ਦੂਰੋਂ ਭਟਕਦਿਆਂ ਸਰੀਰ ਕਰਕੇ ਨਹੀਂ, ਆਤਮਕ ਤਲ ਤੇ ਤੁਹਾਡੇ ਦਰ ਤੇ ਹੁਣ ਆ ਸਰੀਰ ਕਰਕੇ ਆਉਣਾ ਨਸੀਬ ਹੋਇਆ। ਤੇ ਮੈਂ ਜੇ ਆਇਆ ਹਾਂ ਤੇ ਮੇਰੇ ਤੇ ਕਿਰਪਾ ਕਰਿਓ। ਦੁੱਖ ਲੈ ਕੇ ਆਇਆ, ਪਰ ਦੁੱਖ ਲੈ ਕੇ ਜਾਣਾ ਨਹੀਂ ਮੈਂ। ਤੇ ਫਿਰ ਗੁਰੂ ਸਾਹਿਬ ਜੀ ਵੀ ਭਰੋਸਾ ਦਿੰਦੇ ਨੇ, ਤੁਸੀਂ ਬਾਣੀ ਪੜ੍ਹਦੇ ਵੀ ਹੋ ਤੇ ਰੋਜ਼ ਆਪਾਂ ਸੁਣ ਵੀ ਰਹੇ ਹਾਂ। ਗੁਰੂ ਸਾਹਿਬ ਕਹਿੰਦੇ ਚਿੰਤਾ ਨਾ ਕਰ, ਜੇ ਸ਼ਰਨ ਵਿੱਚ ਆਇਆ ਤਾਂ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਘਰ ਕਿਹੜਾ ਸੀ? ਜਿੱਥੋਂ ਵਿਛੜੇ ਆ ਅਸੀਂ। ਘਰ ਵੀ ਸਾਡਾ ਇੱਕ ਜਿੱਥੇ ਰਹਿੰਦੇ ਆ ਇੱਟਾਂ ਦਾ ਬਣਿਆ, ਸੰਗਮਰਮਰ ਦਾ ਬਣਿਆ। ਇੱਕ ਆਹ ਘਰ ਹੈ ਸਾਡਾ ਜਿਹੜਾ 5 ਤੱਤਾਂ ਦਾ ਬਣਿਆ ਹੋਇਆ। ਇੱਕ ਉਹ ਘਰ ਹੈ ਜਿਹਦੇ ਤੋਂ ਅਸੀਂ ਵਿਛੜੇ ਹੋਏ ਹਾਂ। ਸਾਨੂੰ ਇੱਕੋ ਹੀ ਘਰ ਦਾ ਪਤਾ ਵੀ ਜਿਹੜਾ ਅਸੀਂ ਆਪ ਬਣਾਇਆ ਹੈ। ਬਸ ਉਹਦਾ ਪਤਾ ਵੀ ਉਹ ਘਰ ਕਿਵੇਂ ਬਣਾਇਆ, ਕਿਵੇਂ ਬਣਿਆ, ਕੌਣ ਅੰਦਰ ਰਹਿੰਦਾ, ਕਿਵੇਂ ਉਹਦੇ ਵਿੱਚ ਸਾਜੋ ਸਮਾਨ। ਆਹ ਘਰ 5 ਤੱਤਾਂ ਦਾ, ਇਹਦੇ ਅੰਦਰ ਕੀ ਹੈ ਇਹਦੀ ਸਾਨੂੰ ਖਬਰ ਨਹੀਂ, ਇਹਦੀ ਸਾਨੂੰ ਸੋਝੀ ਨਹੀਂ। ਨਾ ਹੋਣ ਕਰਕੇ ਅਸੀਂ ਜਿਸ ਘਰ ਵਿੱਚ ਜਾਣਾ ਸੀ ਉਸ ਘਰ ਦੀ ਵੀ ਸਾਨੂੰ ਸੋਝੀ ਨਹੀਂ ਕਿ ਅਸੀਂ ਕਿਸ ਘਰ ਤੋਂ ਵਿਛੜੇ ਹੋਏ ਹਾਂ। ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਕਿ ਬੰਦੇ ਜਿਹੜੇ ਕਿਰਾਏ ਤੇ ਰਹਿੰਦੇ ਨੇ ਨਾ, ਸਾਰੀ ਉਮਰ ਕਈਆਂ ਦੀ ਕਿਰਾਏ ਤੇ ਲੰਘ ਜਾਂਦੀ ਹੈ। ਕਦੀ ਆਹ ਘਰ ਬਦਲ ਲਿਆ, ਕਦੀ ਉਹ ਬਦਲ ਲਿਆ। ਉਹਨਾਂ ਨੂੰ ਕਦੇ ਪੁੱਛਿਓ, ਉਹ ਰੋ ਕੇ ਕਹਿੰਦੇ ਆ ਪਤਾ ਨਹੀਂ ਆਪਣਾ ਘਰ ਕਦੋਂ ਨਸੀਬ ਹੋਏਗਾ। ਉਹ ਕਹਿੰਦੇ ਪਤਾ ਨਹੀਂ ਆਪਣਾ ਘਰ ਕਦੋਂ ਨਸੀਬ ਹੋਏਗਾ। ਅਸੀਂ ਤੇ ਘਰ ਬਦਲ ਕੇ ਥੱਕ ਗਏ ਹਾਂ। ਬਸ ਆਹੀ ਸਾਡੀ ਹਾਲਤ ਹੈ। ਸਾਡੀ ਅੰਦਰ ਦੀ ਜਿੰਦ ਵੀ ਰੋ ਕੇ ਕਹਿੰਦੀ ਹੈ ਪਤਾ ਨਹੀਂ ਆਪਣਾ ਘਰ ਕਦੋਂ ਮਿਲੇਗਾ। ਮੈਂ ਤੇ ਘਰ ਬਦਲ ਕੇ ਥੱਕ ਗਈ ਹਾਂ। ਤਾਈ ਤੇ ਇਸ ਜਨਮ ਵਿੱਚ ਉਹਨੇ ਕਹਿ ਦਿੱਤਾ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨ ਭਵ ਜਲ ਫੇਰਾ। ਮੇਰੇ ਦਾਤਿਆ
ਆ ਮਨੁੱਖਾ ਦੇਹੀ ਦਿੱਤੀ ਹੈ ਨਾ, ਘਰ ਦਿੱਤਾ ਹੈ, ਇਸ ਘਰ ਵਿੱਚ ਐਸੀ ਖੇਡ ਬਣਾ ਦੇ ਕਿ ਮੈਨੂੰ ਦੁਬਾਰਾ ਕਿਸੇ ਹੋਰ ਘਰ ਵਿੱਚ ਨਾ ਜਾਣਾ ਪਏ, ਮੈਨੂੰ ਕੋਈ ਹੋਰ ਘਰ ਨਾ ਬਦਲਣਾ ਪਏ। ਮੈਂ ਇਹ ਘਰ ਬਦਲ ਕੇ ਥੱਕ ਚੁੱਕੀ ਹਾਂ, ਹੁਣ ਮੈਂ ਦੁਬਾਰਾ ਕਿਸੇ ਹੋਰ ਘਰ ਵਿੱਚ ਨਹੀਂ ਜਾਣਾ। ਮੈਨੂੰ ਹੁਣ ਤੂੰ ਆਪਣੇ ਘਰ ਵਿੱਚ ਹੀ ਥਾਂ ਦੇ ਦੇ, ਮੈਨੂੰ ਆਪਣੇ ਘਰ ਦੇ ਵਿੱਚ ਹੀ ਤੂੰ ਨਿਵਾਸ ਦੇ ਦੇ, ਕਿਉਂਕਿ ਮੇਰਾ ਉਨਾ ਚਿਰ ਇਹ ਭਟਕਣਾ ਮੁੱਕਣੀ ਨਹੀਂ ਜਿੰਨਾ ਚਿਰ ਤੇਰੇ ਘਰ ਵਿੱਚ ਮੈਨੂੰ ਥਾਂ ਨਹੀਂ ਮਿਲਣੀ। ਸਾਡੀ ਜਿੰਦ ਆਤਮਾ ਦਾ ਘਰ ਕੀ ਹੈ? ਪਰਮਾਤਮਾ। ਸਰੀਰ ਤਾਂ ਮਿੱਟੀ ਦਾ ਬਣਿਆ। ਇਸ ਵਾਸਤੇ ਸਾਨੂੰ ਜਿਹੜੇ ਬਾਹਰ ਦੇ ਘਰ ਦੀ ਸੋਝੀ ਹੈ, ਪਰ ਸਾਨੂੰ ਆਪਣੇ ਘਰ ਦੇ ਅੰਦਰ ਇਸ ਜੀ ਦੀ ਸੋਝੀ ਨਹੀਂ। ਉਹ ਕਦੋਂ ਹੋਏਗੀ? ਜਦੋਂ ਗੁਰਬਾਣੀ ਨਾਲ ਜੁੜਾਂਗੇ, ਜਦੋਂ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਵਾਂਗੇ। ਤੇ ਗੁਰੂ ਸਾਹਿਬ ਜੀ ਨੇ ਸਾਨੂੰ ਹੋਸ਼ ਵਿੱਚ ਲਿਆ ਕੇ ਕਹਿਣਾ, ਤੂੰ ਕਿੱਥੇ ਬਾਹਰ ਭਟਕਦਾ ਪਿਆ? ਮਨ ਪਰਦੇਸੀ ਵੇ ਆਓ ਘਰੇ। ਪਰਦੇਸੀ ਮਨ, ਤੂੰ ਪਰਦੇਸਾਂ 'ਚ ਹੀ ਘੁੰਮੀ ਜਾਂਦਾ, ਆਪਣੇ ਘਰ ਆ ਹੋਸ਼ ਕਰ, ਦੇਖ ਤੇਰੇ ਘਰ ਦੇ ਵਿੱਚ ਕੀ ਪਿਆ। ਤੂੰ ਆਪਣੇ ਦੁੱਖ ਮਿਟਾਉਣਾ ਚਾਹੁੰਦਾ ਤੇ ਘਰ ਦੇ ਵਿੱਚ ਦੁੱਖ ਮਿਟਾ, ਤੂੰ ਪਰਦੇਸਾਂ ਵਿੱਚ ਉਡਾਰੀ ਮਾਰੀ ਜਾਂਦਾ। ਇਸ ਲਈ ਸਤਿਗੁਰੂ ਜੀ ਨੇ ਆਖਿਆ, ਕਹਿੰਦੇ ਜਿਨ੍ਹਾਂ ਨੂੰ ਹੋਸ਼ ਆਈ ਉਹਨਾਂ ਨੇ ਵਿਕਾਰਾਂ ਤੋਂ ਛੁਟਕਾਰਾ ਪਾ ਲਿਆ, ਉਹਨਾਂ ਨੂੰ ਵਿਕਾਰਾਂ ਦੀ ਚੋਟਾਂ ਨਹੀਂ ਪਈਆਂ। ਤੇ ਜਿਨ੍ਹਾਂ ਨੂੰ ਚੋਟਾਂ ਨਹੀਂ ਪਈਆਂ ਉਹਨਾਂ ਦੇ ਨਾਲ ਫਿਰ ਜੰਮ ਨਹੀਂ ਜਾਂਦਾ, ਦੁੱਖ ਨਹੀਂ ਜਾਂਦਾ ਵਿਛੋੜੇ ਦਾ, ਉਹ ਫਿਰ ਸੁਖੀ ਹੋ ਕੇ ਜਾਂਦੇ ਆ। ਕਿਉਂ? ਕਿਉਂਕਿ ਉਹ ਘਰ ਛੱਡਣ ਤੋਂ ਪਹਿਲਾਂ ਨਿਰੰਕਾਰ ਵਿੱਚ ਲੀਨ ਹੋ ਜਾਂਦੇ ਆ। ਉਹ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਕਿਹੜ ਮੱਲੇ। ਉਹ ਦਰਗਾਹ ਉਹੀ ਤੇ ਘਰ ਹੈ ਸਾਡਾ, ਜਿੱਥੇ ਅਸੀਂ ਜਾ ਕੇ ਆਪਣੀ ਆਤਮਿਕ ਤਲ ਤੇ ਸਮਾ ਜਾਣਾ। ਪਰ ਇਹ ਵੀ ਜੁਗਤੀ ਗੁਰੂ ਤੋਂ ਬਿਨਾਂ ਨਹੀਂ। ਕਿੰਨੀ ਵਾਰ ਆਪਾਂ ਪੜ੍ਹਿਆ ਸੁਣਿਆ, ਗੁਰ ਕਿਰਪਾ ਜਹ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਉਹ ਕਹਿੰਦੇ ਫਿਰ ਜੰਮ ਉਹਦੇ ਨਾਲ ਜਾਂਦਾ ਹੀ ਨਹੀਂ, ਉਹ ਜੰਮ ਦੇ ਨਾਲ ਨਹੀਂ ਜਾਂਦੇ, ਕਿਉਂਕਿ ਉਹਨਾਂ ਦਾ ਛੁਟਕਾਰਾ ਹੋ ਜਾਂਦਾ ਹੈ। ਜੰਮ ਦੇ ਨਾਲ ਕੌਣ ਜਾਂਦਾ ਹੈ? ਮਨਮੁਖ, ਜਿਹੜਾ ਕਦੇ ਗੁਰਮੁਖ ਬਣ ਕੇ ਗੁਰੂ ਦੀ ਸਿੱਖਿਆ ਨਹੀਂ ਲੈਂਦਾ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਉਹ ਤੇ ਆਪਣਾ ਮੂਲ ਵੀ ਗਵਾ ਗਿਆ, ਘਰ ਕਿੱਥੇ ਪਹੁੰਚੇਗਾ? ਉਹ ਤੇ ਰਸਤੇ ਵਿੱਚ ਹੀ ਰਹਿ ਗਿਆ, ਰਸਤੇ ਵਿੱਚ ਹੀ ਦੁੱਖ ਉਹਦੇ ਪੱਲੇ ਪੈ ਗਿਆ ਤੇ ਦੁੱਖਾਂ ਵਿੱਚ ਹੀ ਭਟਕਦਾ ਫਿਰਦਾ ਹੈ। ਕਹਿੰਦੇ ਗੁਰਮੁਖ ਸੀ ਜਿਹਦੇ ਕੋਲ ਆਪਣਾ ਮੂਲ ਵੀ ਸੀ, ਗੁਰੂ ਦੀ ਸਿੱਖਿਆ ਵੀ ਸੀ, ਉਹ ਪਹੁੰਚ ਗਿਆ ਮਾਲਕ ਦੇ ਘਰ। ਇਸ ਲਈ ਜਿਹਨੇ ਮੰਨਿਆ, ਮੰਨਣ ਵਾਲੇ ਦੇ ਅੰਦਰ ਇਹ ਅਵਸਥਾ ਬਣ ਜਾਂਦੀ ਹੈ ਕਿ ਮੰਨੈ ਜਮ ਕੈ ਸਾਥ ਨ ਜਾਏ। ਉਹ ਜਮ ਦੇ ਸਾਥ ਨਹੀਂ ਜਾਂਦਾ, ਜਾਂ ਜੰਮ ਉਹਦੇ ਨਾਲ ਨਹੀਂ ਜਾਂਦਾ। ਭਾਵ ਵਿਛੋੜੇ ਦਾ ਦੁੱਖ ਜਿਹੜਾ ਉਹਨੂੰ ਨਹੀਂ ਸਤਾਉਂਦਾ ਹੈ, ਉਹ ਸਦਾ ਲਈ ਇਸ ਦੁੱਖ ਤੋਂ ਛੁਟਕਾਰਾ ਪਾ ਲੈਂਦਾ ਹੈ। ਜਿਹੜੇ ਆ ਕੇ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਉਹਦੇ ਤੇ ਅਮਲ ਕਰਦੇ ਨੇ। ਗੁਰਬਾਣੀ ਪੜ੍ਹ ਰਹੇ ਹਾਂ ਆਪਾਂ ਸਾਰੇ, ਸੁਣ ਰਹੇ ਹਾਂ, ਪਰ ਗੱਲ ਤੇ ਵੀ ਅਮਲ ਕੌਣ ਕਰ ਰਿਹਾ ਹੈ? ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਕਰ ਮਾਨੀ। ਜਿਹਨੇ ਮੰਨਿਆ ਹੈ ਉਹੀ ਪ੍ਰਵਾਨ ਹੋਇਆ, ਜਿਹਨੇ ਮੰਨਿਆ ਹੀ ਨਹੀਂ, ਜਿਹਨੇ ਅਮਲ ਹੀ ਨਹੀਂ ਕੀਤਾ, ਉਹ ਕਹਿੰਦੇ ਚੋਟਾਂ ਵੀ ਖਾਂਦਾ ਹੈ ਤੇ ਠੋਕਰਾਂ ਵੀ ਖਾਂਦਾ ਹੈ ਤੇ ਦੁੱਖ ਵੀ ਸਹਿੰਦਾ ਰਹਿੰਦਾ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਫਿਰ ਸਮਝਾਉਂਦੇ ਹਨ, ਐਸਾ ਨਾਮ ਨਿਰੰਜਨ ਹੋਏ। ਇਹ ਨਾਮ ਐਸਾ ਹੈ, ਅਸੀਂ ਨਾਮ ਨੂੰ ਸਮਝਣਾ। ਜੇ ਗੁਰਦੁਆਰੇ ਆਏ ਆ ਤੇ ਕਿਹਨੂੰ ਸਮਝਣਾ? ਜੇ ਆਪਾਂ ਗੁਰਦੁਆਰੇ ਆਏ ਆ ਤੇ ਗੁਰਦੁਆਰੇ ਆ ਕੇ ਚਾਰ ਦੀਵਾਰੀ ਨੂੰ ਥੋੜ੍ਹੀ ਸਮਝਣਾ। ਗੁਰਦੁਆਰੇ ਆਏ ਆ ਤੇ ਆਹ ਜੰਗਲੇ ਨੂੰ ਥੋੜ੍ਹੀ ਸਮਝਣਾ, ਜਾਂ ਜਿਹੜੇ ਆਪਾਂ ਬੈਠੇ ਆ ਉਹਨਾਂ ਨੂੰ ਨਹੀਂ ਸਮਝਣਾ। ਅਸੀਂ ਗੁਰਦੁਆਰੇ ਆਏ ਆ ਗੁਰਬਾਣੀ ਨੂੰ ਸਮਝਣ ਲਈ। ਗੁਰਬਾਣੀ ਨੂੰ ਸਮਝਣਾ ਵੀ ਗੁਰਬਾਣੀ ਕੀ ਕਹਿ ਰਹੀ ਹੈ, ਗੁਰਬਾਣੀ ਵਿੱਚ ਸਾਨੂੰ ਕੀ ਸਿੱਖਿਆ ਦਿੱਤੀ ਜਾ ਰਹੀ ਹੈ। ਤਾਂ ਹੀ ਜਿਸ ਦਿਨ ਸੰਗਰਾਂਦ ਦਾ ਦਿਨ ਆਉਂਦਾ ਨਾ, ਉਸ ਦਿਨ ਆਪ ਜੀ ਨਾਲ ਇੱਕ ਸਾਂਝ ਜ਼ਰੂਰ ਪਾਈ ਜਾਂਦੀ ਹੈ ਕਿ ਚਲੋ ਅੱਜ ਤੇ ਫਿਰ ਵੀ ਜਾਗਰਤਾ ਆ ਗਈ, ਨਹੀਂ
ਫਿਰ ਵੀ ਕਿਤੇ ਟਾਵਾਂ ਟਾਵਾਂ ਕੋਈ ਮਿਲ ਹੀ ਜਾਂਦਾ ਹੈ ਜਿਹੜਾ ਕਹਿੰਦਾ ਦੱਸਿਓ ਅੱਜ ਕਿਹੜਾ ਮਹੀਨਾ ਚੜਿਆ। ਤੇ ਜਦੋਂ ਕਹੀਦਾ ਨਾ ਵੀ ਬਸ ਅੱਗੇ ਉਹ ਹੱਥ ਜੋੜ ਕੇ ਉਹ ਆਪਣਾ ਮੂੰਹ ਦੂਜੇ ਪਾਸੇ ਕਰਕੇ ਤੁਰ ਪੈਂਦਾ ਹੈ। ਬਸ ਹੀ ਸੁਣਨਾ ਸੀ, ਅੱਗੋਂ ਉਹਦੇ ਵਿੱਚ ਕੀ ਸਮਝਾਇਆ ਉਹ ਨਹੀਂ ਸੀ ਮੈਂ ਸੁਣਨਾ। ਤੇ ਫਿਰ ਗੱਲ ਕਿਵੇਂ ਬਣੇਗੀ? ਫਿਰ ਅਸੀਂ ਫਲ ਗੁਣ ਤੱਕ ਕਿਵੇਂ ਪਹੁੰਚਾਂਗੇ? ਫਿਰ ਅਸੀਂ ਆਪਣੇ ਘਰ ਤੱਕ ਕਿਵੇਂ ਪਹੁੰਚਾਂਗੇ? ਅਸੀਂ ਕਿਸੇ ਦਾ ਪਤਾ ਪੁੱਛਣ ਗਏ ਵੀ ਦੱਸਿਓ ਫਲਾਣੇ ਦਾ ਘਰ ਕਿੱਥੇ ਹੈ, ਤੇ ਦੂਜੇ ਨੇ ਹਜੇ ਇਹੀ ਕਿਹਾ ਸੀ ਵੀ ਉਹ ਸਿੱਧਾ ਜਾਓ। ਬੰਦਾ ਇੰਨੀ ਗੱਲ ਸੁਣ ਕੇ ਤੁਰ ਪਿਆ। ਉਹ ਕਹਿੰਦੇ ਭਰਾਵਾ ਰੁਕ ਜਾ, ਤੈਨੂੰ ਹਜੇ ਮੈਂ ਸਮਝਾਇਆ ਕਿੱਥੇ ਹੈ? ਤੈਨੂੰ ਕਿਹਾ ਸੀ ਸਿੱਧਾ ਜਾਈ, ਅੱਗੋਂ ਖੱਬੇ ਮੁੜੀ, ਫਿਰ ਸੱਜੇ ਮੁੜੀ, ਫਿਰ ਘਰ ਆਉਣਾ। ਤੂੰ ਤੇ ਸਿੱਧਾ ਸੁਣਿਆ ਤੇ ਤੁਰ ਵੀ ਪਿਆ। ਅਸੀਂ ਵੀ ਬਸ ਪੋਹ ਸੁਣ ਲਿਆ, ਮਾਘ ਸੁਣ ਲਿਆ, ਕੱਤਕ ਸੁਣ ਲਿਆ, ਵਿਸਾਖ ਸੁਣ ਲਿਆ, ਚੇਤ ਸੁਣ ਲਿਆ, ਤੁਰ ਪਏ। ਨਹੀਂ, ਉਹਦੇ ਵਿੱਚ ਕੀ ਕਿਹਾ ਗਿਆ ਉਹਨੂੰ ਸਮਝਣ ਦੀ ਲੋੜ ਸੀ। ਜਦੋਂ ਅਸੀਂ ਉਹਨੂੰ ਸਮਝ ਕੇ ਤੁਰਾਂਗੇ ਫਿਰ ਇੱਕ ਦਿਨ ਅਸੀਂ ਫਲ ਤੱਕ ਪਹੁੰਚ ਜਾਵਾਂਗੇ, ਘਰ ਤੱਕ ਪਹੁੰਚ ਜਾਵਾਂਗੇ। ਮਹਾਰਾਜ ਜੀ ਕਹਿੰਦੇ ਆ ਐਸਾ ਹੈ ਨਾਮ, ਇਸ ਨਾਮ ਵਿੱਚ ਇੰਨੀਆਂ ਬਖਸ਼ਿਸ਼ਾਂ ਨੇ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਇਹ ਦੁੱਖਾਂ ਨੂੰ ਭੰਜਣ ਵਾਲਾ ਨਾਮ ਹੈ। ਜਿਹੜਾ ਨਾਮ ਤੈਨੂੰ ਗੁਰਬਾਣੀ ਵਿੱਚੋਂ ਦਿੱਤਾ ਗਿਆ ਹੈ, ਇਹ ਨਾਮ ਜਦੋਂ ਤੂੰ ਸੁਣੇਗਾ, ਇਸ ਨਾਮ ਨਾਲ ਜਦੋਂ ਤੂੰ ਜੁੜੇਗਾ, ਤੈਨੂੰ ਸੁਰਤ ਆਏਗੀ, ਤੈਨੂੰ ਮਨ ਕਰਕੇ ਹੋਸ਼ ਆਏਗੀ। ਇਹ ਨਾਮ ਦੀ ਬਰਕਤਾਂ ਨੇ ਕਿ ਜਿਹਦੇ ਨਾਲ ਜੁੜ ਕੇ ਮਨ ਨੂੰ ਹੋਸ਼ ਆ ਜਾਂਦੀ ਹੈ, ਸਾਰੇ ਭਵਨ ਦੀ ਸੋਝੀ ਆ ਜਾਂਦੀ ਹੈ। ਫਿਰ ਇਹ ਮਨ ਜਿਹੜਾ ਨਾਮ ਨਾਲ ਜੁੜ ਕੇ ਵਿਕਾਰਾਂ ਦੀਆਂ ਚੋਟਾਂ ਤੋਂ ਬਚ ਜਾਂਦਾ ਹੈ, ਵਿਕਾਰਾਂ ਦੀਆਂ ਠੋਕਰਾਂ ਤੋਂ ਬਚ ਜਾਂਦਾ ਹੈ। ਇਹ ਨਾਮ ਹੀ ਐਸਾ ਹੈ ਜਿਹਦੇ ਨਾਲ ਜਮ ਤੋਂ ਛੁਟਕਾਰਾ ਹੋ ਜਾਂਦਾ ਹੈ। ਜਮ ਦੇ ਵਸ ਨਹੀਂ ਪੈਣਾ ਪੈਂਦਾ। ਕਿਉਂ? ਕਿਉਂਕਿ ਇਹ ਨਾਮ ਕੀ ਹੈ? ਨਿਰਅੰਜਨ। ਦੋ ਸ਼ਬਦਾਂ ਦਾ ਮੇਲ ਹੈ, ਨਿਰ ਪਲੱਸ ਅੰਜਨ। ਇਹ ਵੀ ਇੱਕ ਦਿਨ ਆਪ ਜੀ ਨਾਲ ਸਾਂਝ ਪਾਈ ਸੀ ਕਿ ਜਦੋਂ ਦੋ ਸ਼ਬਦ ਮਿਲਦੇ ਨੇ ਨਾ, ਉਹਦੇ ਵਿੱਚੋਂ ਇੱਕ ਅੱਖਰ ਨਿਕਲ ਜਾਂਦਾ ਹੈ। ਜਿਵੇਂ ਨਿਰ ਪਲੱਸ ਅੰਜਨ, ਅੰਜਨ ਦੇ ਅੱਗੇ ਐੜਾ ਲੱਗਾ ਹੈ। ਜਦੋਂ ਤੁਸੀਂ ਦੋਵੇਂ ਇਕੱਠੇ ਕਰ ਦਿਓਗੇ ਤੇ ਐੜਾ ਨਿਕਲ ਜਾਏਗਾ ਤੇ ਨਿਰੰਜਨ ਬਣ ਜਾਏਗਾ। ਭਾਵ ਅੰਜਨ ਤੋਂ ਰਹਿਤ, ਪਾਕ ਪਵਿੱਤਰ ਨਾਮ, ਸ਼ੁੱਧ, ਜਿਹਦੇ ਵਿੱਚ ਸ਼ੁੱਧਤਾ ਹੈ, ਜਿਹਦੇ ਵਿੱਚ ਪਵਿੱਤਰਤਾ ਹੈ। ਕਹਿੰਦੇ ਇਹ ਅੰਜਨ ਤੋਂ ਰਹਿਤ। ਅੰਜਨ ਕੀ ਹੈ? ਅੰਜਨ ਨੂੰ ਸੁਰਮਾ ਕਹਿੰਦੇ। ਸੁਰਮਾ ਕਾਲੇ ਰੰਗ ਦਾ ਹੁੰਦਾ ਹੈ। ਕਹਿੰਦੇ ਇਹ ਕਾਲਖ ਤੋਂ, ਦਾਗ ਧੱਬਿਆਂ ਤੋਂ ਰਹਿਤ ਹੈ। ਕਾਲਖ ਤਾਂ ਪਹਿਲਾਂ ਹੀ ਸਾਡੇ ਅੰਦਰ ਭਰੀ ਪਈ ਹੈ। ਜਿਹਦੇ ਅੰਦਰ ਕਾਲਖ ਭਰੀ ਪਈ ਹੋਵੇ ਉਹਨੂੰ ਕਾਲਖ ਦੀ ਲੋੜ ਨਹੀਂ ਹੁੰਦੀ। ਗੰਦਗੀ ਭਰੀ ਹੋਵੇ ਉਹਨੂੰ ਗੰਦਗੀ ਦੀ ਲੋੜ ਨਹੀਂ ਹੁੰਦੀ। ਜਿਹਦੇ ਅੰਦਰ ਅਵਗਣ ਭਰੇ ਹੋਣ ਉਹਨੂੰ ਹੋਰ ਅਵਗਣਾਂ ਦੀ ਲੋੜ ਨਹੀਂ ਹੁੰਦੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਛਾਉ। ਇਹ ਕਾਲੀ ਸ਼ਾਹੀ ਵਾਂਗੂ ਤੇ ਪਹਿਲਾਂ ਹੀ ਕਾਲਾ ਹੋਇਆ ਪਿਆ। ਇਸ ਲਈ ਇਹਨੂੰ ਉਹ ਚਾਹੀਦਾ ਜਿਹੜਾ ਕਾਲਖ ਤੋਂ ਰਹਿਤ ਹੈ। ਇਹਨੂੰ ਉਹ ਚਾਹੀਦਾ ਜਿਹੜਾ ਵਿਕਾਰਾਂ ਦੇ ਦਾਗ ਧੱਬਿਆਂ ਤੋਂ ਰਹਿਤ ਹੈ, ਜਿਹੜਾ ਪਾਕ ਪਵਿੱਤਰ ਹੈ। ਉਹ ਇੱਕੋ ਹੀ ਹੈ, ਪਰਮੇਸ਼ਵਰ ਦਾ ਨਾਮ। ਜਪ ਮਨ ਸਤਨਾਮ ਸਦਾ ਸਤਨਾਮ। ਇਹ ਮਨ ਤੂੰ ਸਦਾ ਸੱਚੇ ਦਾ ਨਾਮ ਸਿਮਰਿਆ ਕਰ। ਕਿਉਂਕਿ ਜੇ ਹਲਤ ਪਲਤ ਵਿੱਚ ਮੁਖ ਉਜਲ ਕਰਨਾ ਚਾਹੁੰਦਾ ਹੈ ਤੇ ਫਿਰ ਇੱਕ ਨਾਮ ਹੈ ਐਸਾ ਨਿਰੰਜਨ, ਜਿਹਦੇ ਨਾਲ ਜੁੜਿਆ ਹਲਤ ਪਲਤ ਮੁਖ ਉਜਲ ਹੋਈ ਹੈ। ਲੋਕ ਤੇ ਪਰਲੋਕ ਵਿੱਚ ਤੂੰ ਮੂੰਹ ਦਿਖਾਉਣ ਜੋਗਾ ਰਹਿ ਜਾਏਗਾ। ਇਹ ਨਾਮ ਐਸਾ ਹੈ ਜਿਹੜੇ ਤੇਰੇ ਸਾਰੇ ਬੰਧਨ ਕੱਟ ਕੇ ਰੱਖ ਦੇਗਾ। ਸਾਰੇ ਜੰਜਾਲ ਤੇਰੇ ਜਿਹੜੇ ਨੇ ਛੁੱਟ ਜਾਣਗੇ। ਜਿੰਨੀ ਨਾਮ ਧਿਆਇਆ ਐਸਾ ਨਾਮ ਨਿਰੰਜਨ ਹੋਏ। ਇਹ ਜਿਹੜਾ ਨਿਰਅੰਜਨ ਨਾਮ ਹੈ ਨਾ, ਜਿਨ੍ਹਾਂ ਨੇ ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਜੇ ਕਾਰਜ ਸਵਾਰਨਾ ਚਾਹੁੰਦੇ ਹੋ, ਕਾਰਜ ਦਾ ਮਤਲਬ ਹੈ ਵੀ ਜੇ ਜਮ ਦੀ ਮਾਰ ਤੋਂ ਬਚਣਾ ਚਾਹੁੰਦੇ ਹੋ, ਛੁਟਕਾਰਾ ਪਾਉਣਾ ਚਾਹੁੰਦੇ ਹੋ, ਆਪਣੇ ਘਰ ਦੇ ਵਿੱਚ ਆਪਣੀ ਥਾਂ ਬਣਾਉਣਾ ਚਾਹੁੰਦੇ ਹੋ, ਅਸਲ ਘਰ ਵਿੱਚ ਜੇ ਜਿੰਦ ਕਰਕੇ ਪਹੁੰਚਣਾ ਚਾਹੁੰਦੇ ਹੋ, ਤੇ ਆ ਹੈ ਨਿਰੰਜਨ ਨਾਮ। ਅੰਜਨ ਤੋਂ ਰਹਿਤ ਪਾਕ ਪਵਿੱਤਰ ਨਾਮ।
ਜਿਹਦੀ ਬਰਕਤ ਤੁਹਾਨੂੰ ਦੱਸੀ ਹੈ। ਪਰ ਗੱਲ ਹੈ ਵੀ ਜੇ ਮੰਨੋਗੇ ਤਾਂ ਗੱਲ ਬਣਨੀ ਹੈ, ਸੁਣਨ ਨਾਲ ਨਹੀਂ ਵੀ ਸੁਣਿਆ ਤੇ ਚਲੇ ਗਏ, ਇੱਕ ਕੰਨ ਤੋਂ ਸੁਣਿਆ ਦੂਜੇ ਤੋਂ ਕੱਢ ਦਿੱਤਾ। ਨਹੀਂ, ਸਾਹਿਬ ਕਹਿੰਦੇ ਆ ਨਾਮ ਵਿੱਚ ਬਰਕਤ ਹੈ। ਐਸਾ ਨਾਮ ਨਿਰੰਜਨ ਹੋਏ, ਇਹ ਅੰਜਨ ਤੋਂ ਰਹਿਤ ਪਾਕ ਪਵਿੱਤਰ ਐਸਾ ਨਾਮ ਹੈ। ਜੇ ਕੋ ਮਨ ਜਾਣੈ ਮਨ ਕੋਏ, ਪਰ ਨਾਲ ਸ਼ਰਤ ਵੀ ਰੱਖੀ ਹੈ। ਜੇ ਦਾ ਅਰਥ ਕੀ ਹੁੰਦਾ? ਸ਼ਰਤ ਰੱਖੀ ਹੈ ਵੀ ਹੁਣ ਇਹ ਸੁਣ ਤੇ ਲਿਆ ਵੀ ਉਹ ਨਾਮ ਨਿਰੰਜਨ ਹੈ, ਇਹ ਸੁਣ ਤੇ ਲਿਆ ਵੀ ਦੁੱਖ ਭੰਜਨ ਤੇਰਾ ਨਾਮ, ਸੁਣ ਤੇ ਲਿਆ, ਪਰ ਜੇ ਮਨ ਵਿੱਚ ਉਹਨੂੰ ਵਸਾ ਕੇ ਮੰਨਾਂਗੇ ਅਸਰ ਤੇ ਤਾਂ ਹੀ ਹੋਣਾ ਨਾ। ਡਾਕਟਰ ਨੇ ਦਵਾਈ ਦੇ ਦਿੱਤੀ ਵੀ ਇਹਨੂੰ 3 ਟਾਈਮ ਖਾ ਲਈ, ਮੈਂ ਲਿਆ ਕੇ ਤੇ ਟੇਬਲ ਤੇ ਰੱਖ ਦਿੱਤੀ, ਉਹ ਲਿਆ ਕੇ ਰੱਖ ਦਿੱਤੀ ਹੈ, ਅਸਰ ਕਦੋਂ ਹੋਏਗਾ? ਜਦੋਂ ਮੈਂ ਉਹਨੂੰ ਖਾਵਾਂਗਾ। ਟੇਬਲ ਤੇ ਪਿਆ ਅਸਰ ਨਹੀਂ ਹੋਣਾ, ਉਹਨੂੰ ਜਦੋਂ ਖਾਵਾਂਗਾ ਤਾਂ ਅੰਦਰ ਅਸਰ ਹੋਣਾ ਹੈ। ਇਸ ਲਈ ਜਦੋਂ ਇਹ ਗੱਲ ਆਉਂਦੀ ਹੈ ਤੇ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਗੁਟਕਾ ਸਾਹਿਬ ਨਿਤਨੇਮ ਸੁਖਮਨੀ ਸਾਹਿਬ ਦੇ, ਇਹ ਸਿਰਫ ਗੋਲਕ ਉੱਤੇ ਰੱਖ ਕੇ ਜਾਣ ਵਾਸਤੇ ਨਹੀਂ ਹੁੰਦੇ, ਇਹਨਾਂ ਨੂੰ ਖੋਲ ਕੇ ਪੜ੍ਹੋ ਕਿ ਗੁਰਬਾਣੀ ਵਿੱਚ ਕੀ ਲਿਖਿਆ ਹੋਇਆ ਹੈ। ਇਹ ਪੜ੍ਹਨ ਸੁਣਨ ਵਾਸਤੇ ਹੁੰਦੇ ਨੇ ਕਿ ਇਹਨਾਂ ਵਿੱਚ ਗੁਰਬਾਣੀ ਵਿੱਚ ਕੀ ਸਮਝਾਇਆ ਗਿਆ। ਮਹਾਰਾਜ ਜੀ ਨੇ ਫਿਰ ਸ਼ਰਤ ਰੱਖੀ, ਜੇ ਕੋ ਮਨ, ਹੁਣ ਤੁਸੀਂ ਪਾਠ ਰੋਜ਼ ਕਰਦੇ ਹੋ, ਤੁਸੀਂ ਸੂਝਵਾਨ ਹੋ, ਤੁਹਾਨੂੰ ਪਤਾ ਹੈ ਪਹਿਲੇ ਮਨ ਦੇ ਉੱਪਰ ਟਿੱਪੀ ਲੱਗੀ ਹੈ ਤੇ ਦੂਜੇ ਉੱਤੇ ਟਿੱਪੀ ਨਹੀਂ ਲੱਗੀ ਹੋਈ। ਪਹਿਲੀ ਜਿਹੜੀ ਟਿੱਪੀ ਲੱਗੀ ਹੈ ਨਾ ਮਨ ਤੇ, ਉਹਦਾ ਅਰਥ ਹੈ ਮੰਨਣਾ, ਤੇ ਜਿਹੜੀ ਦੂਜੀ ਆ ਜਿਹਦੇ ਉੱਤੇ ਟਿੱਪੀ ਨਹੀਂ ਲੱਗੀ, ਨੰਨੇ ਨੂੰ ਸਿਹਾਰੀ, ਦੋਵਾਂ ਤੇ ਹੀ ਲੱਗੀ ਹੋਈ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਦੂਜਾ ਮਨ ਜਿਹਦੇ ਉੱਤੇ ਟਿੱਪੀ ਨਹੀਂ ਲੱਗੀ, ਉਹਦਾ ਅਰਥ ਹੈ ਮਨ ਵਿੱਚ। ਜੇ ਕੋਈ ਮਨ ਵਿੱਚ ਆ ਗੱਲ ਮੰਨ ਲਵੇ, ਜੇ ਕੋਈ ਮੰਨਣ ਕਰ ਲਵੇ, ਉਹਦੇ ਲਈ ਇਹ ਨਾਮ ਪਵਿੱਤਰ ਹੈ, ਉਹਦੇ ਲਈ ਨਾਮ ਨਿਰਅੰਜਨ ਹੈ। ਤੇ ਜਿਹੜਾ ਅੰਜਨ ਤੋਂ ਰਹਿਤ ਨਾਮ ਦਾ ਅਭਿਆਸੀ ਬਣੇਗਾ, ਨਾਮ ਦੀ ਕਮਾਈ ਕਰੇਗਾ, ਉਹਨੂੰ ਹੋਸ਼ ਆਏਗੀ, ਉਹਨੂੰ ਸੁਰਤ ਆਏਗੀ, ਉਹ ਜਮਾਂ ਦੀ ਮਾਰ ਤੋਂ ਬਚ ਜਾਏਗਾ, ਵਿਕਾਰਾਂ ਦੀਆਂ ਚੋਟਾਂ ਖਾਣ ਤੋਂ ਬਚ ਜਾਏਗਾ, ਔਰ ਉਹ ਦੁੱਖਾਂ ਤੋਂ ਸਦਾ ਲਈ ਉਹਦਾ ਛੁਟਕਾਰਾ ਹੋ ਜਾਏਗਾ। ਉਹਦਾ ਸਾਥੀ ਫਿਰ ਦੁੱਖ ਨਹੀਂ, ਉਹਦਾ ਸਾਥੀ ਫਿਰ ਸੁੱਖ ਬਣ ਜਾਏਗਾ। ਇਸ ਲਈ ਅਸੀਂ ਵੀ ਇਸੇ ਨਾਮ ਦੀ ਅਰਦਾਸ ਕਰਨ ਲਈ ਰੋਜ਼ ਗੁਰੂ ਦੁਆਰੇ ਆਉਂਦੇ ਹਾਂ ਕਿ ਸਤਿਗੁਰੂ ਜੀ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਮੇਰਾ ਤਨ ਮਨ ਹਰਿਆ ਹੋਵੇ, ਖੁਸ਼ਹਾਲ ਹੋ ਜਾਏ, ਖੁਸ਼ੀਆਂ ਨਾਲ ਮੇਰਾ ਦਾਮਨ ਭਰ ਜਾਏ। ਆ ਨਾਮ ਮੇਰੀ ਝੋਲੀ ਵਿੱਚ ਪਾ ਦਿਓ। ਇਹ ਨਾਮ ਦੀ ਦਾਤ ਮੰਗਣ ਤੋਂ ਪਹਿਲਾਂ ਅੱਜ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਹੈ। ਜਿਸ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਭੰਗਾਣੀ ਦਾ ਯੁੱਧ ਜਿੱਤ ਕੇ ਆਉਂਦੇ ਹਨ ਤੇ ਉਸ ਮਾਲਕ ਨੇ ਦਾਤ ਦਿੱਤੀ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਉਸ ਮਾਲਕ ਨੇ ਤੁਰਟ ਕੇ ਘਰ ਦੇ ਵਿੱਚ ਪੁੱਤਰ ਦੀ ਦਾਤ ਦਿੱਤੀ ਤੇ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਯੁੱਧ ਜਿੱਤ ਕੇ ਆਏ ਆ ਤੇ ਦਾਤੇ ਨੇ ਦਾਤ ਵੀ ਪੁੱਤਰ ਦੀ ਦਿੱਤੀ ਹੈ, ਇਸ ਲਈ ਨਾਮ ਹੋਏਗਾ ਅਜੀਤ। ਅਜੀਤ ਜਿਹਨੂੰ ਕੋਈ ਦੁਨੀਆ ਦੀ ਤਾਕਤ ਜਿੱਤ ਨਹੀਂ ਸਕਦੀ, ਭਾਵੇਂ ਬਾਹਰ ਦੇ ਵੈਰੀ ਹੋਣ ਤੇ ਭਾਵੇਂ ਅੰਦਰ ਦੇ ਵੈਰੀ। ਦੇਖੋ ਗੁਰੂ ਸਾਹਿਬ ਨੇ ਸਾਨੂੰ ਵੀ ਅਜੀਤ ਵਾਲਾ ਗੁਣ ਦਿੱਤਾ ਹੈ, ਉਹ ਗ੍ਰਹਿਣ ਕਰਾਂਗੇ ਤਾਂ ਹੀ ਹੋਏਗਾ ਕਿ ਜਿਹਨੂੰ ਨਾ ਬਾਹਰ ਦਾ ਵੈਰੀ ਜਿੱਤ ਸਕਦਾ ਤੇ ਨਾ ਅੰਦਰ ਦਾ ਵੈਰੀ ਜਿੱਤ ਸਕਦਾ। ਉਹ ਅੰਦਰੋਂ ਵੀ ਫਤਿਹ ਪ੍ਰਾਪਤ ਕਰਦਾ ਹੈ ਤੇ ਬਾਹਰੋਂ ਵੀ ਫਤਿਹ ਪ੍ਰਾਪਤ ਕਰਦਾ ਹੈ, ਕਿਉਂਕਿ 4 ਨਾਮ ਜਿਹੜੇ ਸਾਹਿਬਜ਼ਾਦਿਆਂ ਦੇ ਨੇ ਬੜੇ ਕਮਾਲ ਦੇ ਨੇ। ਅਜੀਤ ਤੋਂ ਫਤਿਹ ਤੱਕ ਦਾ ਸਫ਼ਰ। ਅਸੀਂ ਵੀ ਆਪਣੇ ਜੀਵਨ ਨੂੰ ਇਸ ਤਰ੍ਹਾਂ ਬਣਾਈਏ ਕਿ ਅਜੀਤ ਭਾਵ ਐਸਾ ਜੀਵਨ ਬਣਾਈਏ ਜਿਹਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿੱਤ ਨਾ ਸਕਣ। ਇੱਕ ਦਿਨ ਆਪਾਂ ਵੀ ਫਤਿਹ ਪਾ ਲਾਂਗੇ, ਫਿਰ ਅਸੀਂ ਵੀ ਆ ਮਾਲਕ ਦੇ ਘਰ ਫਿਰ ਖੁਸ਼ੀ ਤੇ ਖੇੜਾ ਲੈ ਕੇ ਜਾਵਾਂਗੇ। ਅਜੀਤ ਨਾਮ ਰੱਖਿਆ। ਔਰ ਜਦੋਂ ਸਤਿਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਦੋਂ ਫਿਰ ਜਦੋਂ ਖੰਡੇ ਦੀ ਪੌਲ ਲਈ ਅਜੀਤ ਸਿੰਘ ਬਣ ਗਏ। ਤੇ ਜਿਸ ਦਿਨ ਭਰ ਜੋਬਨ ਵਿੱਚ ਚਮਕੌਰ ਦੀ ਗੜੀ ਉਸ ਮੈਦਾਨ ਵਿੱਚ ਆ ਕੇ ਜੂਝਦੇ ਨੇ, ਇੰਨੀ ਦਲੇਰੀ ਨਾਲ ਜੂਝਦੇ ਨੇ
कि असी उन्होंने फिर एक शब्द दिता बाबा। ध्यान रखियो, नाम सी अजीत, खंडे दी पौल लैके बन गए अजीत सिंह। ते जिस दिन उन्होंने शहादत दे जाम पीते ने, इन्नी वड्डी बहादुरी विखा के ते असी उन्होंने कहने आ बाबा अजीत सिंह। ते उन्होंने जो नाम पिता ने दिता सी, पिता जी ने उहदे उत्ते उन्होंने दाग नहीं लगन दिता। अज लोड़ है साडे धीआं पुत्रां नूं कि जो साडे मापियां ने साडे नाम गुरु साहब दी हजूरी विच आके अरदास करके गुरु साहब तो हुक्म लैके साडे धीआं पुत्रां दे नाम रखे ने। असीं अपने मापियां दे जिहड़े गुरु कोल आके नाम रखवाए, कम से कम उहदी लाज रखीए। बड़े सोच समझ के विचार के नाम साडे धीआं पुत्रां दे रखे जांदे ने। कम से कम असीं अपने नाम उत्ते खरे उतर जाइए, क्योंकि बाबा अजीत सिंह ने कहा सी, पिता जी नाम का अजीत हूं, जीता नहीं जाऊंगा, जीता गया अगर तो जीता नहीं आऊंगा। कितना फकर होया सी पिता गुरु गोबिंद सिंह महाराज नूं कि जिस दिन मैं इहदा नाम अजीत रखिया सी, बड़ा सोच समझ के रखिया सी। क्यों? क्योंकि अज मेरा पुत्र कह के चलिया कि नाम का अजीत हूं, जीता नहीं जाऊंगा। आ लखां दे वैरी बाहर मैदान विच घुमदे ने, इन्हां कोलों नहीं मैं जितया जांदा, ते जे इन्हां ने जित लिया ते फिर मैं जिउंदा वापस नहीं आवांगा। ऐसे बाबा अजीत सिंह दे जन्म दिहाड़े दियां आप समुची संगतां नूं गुरु घर वल्लों, गुरुद्वारा साहिब वल्लों बहुत बहुत आप जी नूं वधाइयां। अरदास करो कि साडे धीआं पुत्रां विच भी ऐसे गुण आउण जिहदे नाल ओ गुरु साहब जी का भी नाम रोशन करन ते मापियां का भी, अपनी कुल का भी नाम रोशन करन। संसार विच शोभा मान वडियाई दे पात्र बन जाण। असीं सारे जने रल के जिथे ये असीस लैनी, उथे नाम जिहड़ा गुरु साहब जी कह रहे ऐसा नाम निरंजन होए, उस निरंजन नाम की बख्शिश भी लैनी है। इहदे लई अरदास करो। अपना नाम देहो, अपना नाम देहो, अपना नाम देहो, अपना नाम देहो। विसर नहीं दातार, विसर नहीं दातार, अपना नाम देहो, अपना नाम देहो। गुण गावा दिन रात, गुण गावा दिन रात, नानक चाओ हो, नानक चाओ हो। अपना नाम देहो, अपना नाम देहो। सतगुरु जी किरपा करें। अज दी विचार करदियां होइयां बेअंत भुल्लां दी खिमा अगे तो समर्थ बख्शण। तुहानूं सारिआं नूं चढ़दी कला वाला जीवन बख्शण। बाणी बाणी दे धारनी बनाउण। अमृत वेले नितनेम दीआं दातां बख्शण। अज दे गुरु नानक साहिब जी दे पावन बचन अपने हिरदे दे अंदर वसा लईए जी। ऐसा नाम निरंजन होए, जे को मन जाने मन कोय। वाहिगुरु जी का खालसा, वाहिगुरु जी की फतेह।